ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਨੈਟਵਰਕ ਟੋਰਾਂਟੋ CNN ਟੋਰਾਂਟੋ। ਸ਼ਹਿਰ ਵਿੱਚ ਹੋਇਆ ਜੱਟਾ ਕੀ ਲਫੜਾ, ਬਰਾਮਦ ਹੋਈਆਂ ਇੱਥੇ ਬਰੈਂਪਟਨ ਦੇ ਵਿੱਚ ਬਹੁਤ ਕੁਛ। ਇਹ ਮੈਂ ਹੈਰਾਨ ਆ, ਮੈਂ ਜੌਲ ਸਾਹਿਬ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ ਆਫ ਦੀ ਏਅਰ ਕਿ ਸਾਡੇ ਜਿਹੜੇ ਲੇਖਕ ਲੋਕ ਨੇ ਉਹ ਤਾਂ ਸਟੈਂਡ ਬਾਏ ਰੈਡੀ ਰਹਿੰਦੇ ਨੇ ਕਿ ਕਦੋਂ ਕੋਈ ਕਾਂਡ ਹੋਵੇ ਤੇ ਕਦੋਂ ਏਦਾਂ ਦੇ ਗਾਣੇ ਰਿਲੀਜ਼ ਕਰੀਏ। ਜੌਲ ਸਾਹਿਬ, ਵੈਰੀ ਗੁੱਡ ਈਵਨਿੰਗ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਅਰਸ਼, ਬਹੁਤ ਮਿਹਰਬਾਨੀ। ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ? ਮਿਹਰਬਾਨੀ। ਦੇਖੋ, ਮੈਂ ਸਮਝਦਾ ਕਿ ਜਿਹੜਾ ਵੀ ਸਮਾਂ ਜਿਸ ਵੀ ਤਰੀਕੇ ਦਾ ਪ੍ਰਮਾਤਮਾ ਵੱਲੋਂ ਪ੍ਰਾਪਤ ਹੋਵੇ, ਸ਼ੁਕਰਗੁਜ਼ਾਰ ਹੋਣਾ ਚਾਹੀਦਾ ਜੀ। ਤੇ ਸਾਨੂੰ ਤੇ ਖਾਸ ਤੌਰ ਤੇ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਆ ਹਾਂਜੀ, ਤੇ ਕੋਈ ਬਹੁਤਾ ਉੱਡਾ ਫਿਕਰ ਨਹੀਂ। ਹੁਣ ਤੁਸੀਂ ਦੇਖ ਲਓ ਵੀ ਇਹ ਕਰੋਨਾ ਦਾ ਸੰਤਾਪ ਜਿੱਥੋਂ ਅਸੀਂ ਚੱਲ ਕੇ ਆਏ ਆ, ਤੁਹਾਡੇ ਡੈਡ ਨੂੰ ਪਤਾ ਚੰਗੀ ਤਰ੍ਹਾਂ ਵੀ ਕੇਸ ਭਾਅ ਉੱਥੇ ਵਿਕ ਰਹੀ ਆ, ਪੰਜਾਬੀ ਚ ਕਿਹਾ ਜਾਂਦਾ ਨਾ। ਇਹ ਤੇ ਹੁਣ ਜਿਹੜੇ ਉੱਥੇ ਚਮੜੀ ਤੇ ਲੋਕ ਹੰਢਾ ਰਹੇ ਨੇ ਭੈਣ ਭਰਾ, ਇਹ ਉਹੀ ਜਾਣਨ। ਪਰ ਆਪਾਂ ਇੱਥੋਂ ਦੂਰ ਬੈਠੇ ਦੇਖ ਕੇ ਚਲੋ ਉਹਨਾਂ ਦੇ ਨਾਲ ਐਟਲੀਸਟ ਹਮਦਰਦੀ ਦਾ ਪ੍ਰਗਟਾਵਾ ਤੇ ਕਰ ਹੀ ਸਕਦੇ ਹਾਂ, ਹਾਂ ਦਾ ਨਾ ਤੇ ਮਾਰ ਹੀ ਸਕਦੇ ਹਾਂ ਜੀ। ਪਰ ਇਹਦੇ ਨਾਲ ਹੀ ਜਾਣੀ ਕਿ ਸੰਤੁਸ਼ਟ ਵੀ ਹੋ ਸਕਦੇ ਹਾਂ, ਸ਼ੁਕਰਗੁਜ਼ਾਰ ਵੀ ਹੋ ਸਕਦੇ ਹਾਂ ਉਸੇ ਹੀ ਵਾਹਿਗੁਰੂ ਪ੍ਰਮਾਤਮਾ ਦੇ ਕਿ ਜਿਨ੍ਹਾਂ ਨੇ ਬਹੁਤ ਸਮੇਂ ਤੇ ਇਹ ਫੈਸਲਾ ਕਰ ਲਿਆ ਕਿ ਜੀ ਵੀ ਭਾਈ ਸਾਹਿਬ ਤੁਹਾਡਾ ਭਾਵੇਂ ਇੱਥੇ ਪੈਦਾ ਹੋਏ ਸੀ ਪੰਜਾਬ ਦੀ ਧਰਤੀ ਤੇ, ਭਾਰਤ ਦੀ ਧਰਤੀ ਤੇ, ਵੱਡੇ ਹੋਏ ਸੀ, ਪੜ੍ਹੇ ਸੀ, ਜੌਬਾਂ ਕੀਤੀਆਂ, ਜੋ ਵੀ, ਤੇ ਹੁਣ ਲੇਕਿਨ ਕਿ ਤੁਹਾਡੇ ਲਈ ਸੇਫ ਇਹ ਰਹੂਗਾ ਵੀ ਤੁਸੀਂ ਕੈਨੇਡਾ ਦੀ ਧਰਤੀ ਤੇ ਚੱਲੋ। ਕਿਉਂਕਿ ਇਹ ਜਿਹੜਾ ਇਮੀਗ੍ਰੇਸ਼ਨ ਦਾ ਸਿਸਟਮ ਹੈ ਨਾ, ਕਈ ਵਾਰੀ ਜਿੱਦਾਂ ਇਹ ਸੰਸਾਰ ਦੇ ਵਿੱਚ ਹੁਣ ਤੁਹਾਨੂੰ ਪਤਾ ਵੀ ਸਾਰੀ ਦੁਨੀਆ 'ਚ ਮੈਂ ਗਿਆ, ਕੋਈ ਧਰਤੀ ਦੀ ਜਗ੍ਹਾ ਨਹੀਂ ਜਿੱਥੇ ਮੈਂ ਜਾਣਾ ਚਾਹੁੰਦਾ ਸੀ ਨਾ ਗਿਆ ਹੋਵਾਂ। ਸਾਰਾ ਕਦਮ ਨਾ ਕਦਮ ਮਿਲਾ ਕੇ ਇਹ ਦੇਖਿਆ ਵੀ ਜਾਣੀ ਅੱਜ ਤਾਂ ਹੁਣ ਵੀ ਦੇਸ਼ਾਂ ਦੇ ਮਾਲਕਾਂ, ਪ੍ਰੈਜ਼ੀਡੈਂਟਸ, ਪ੍ਰਾਈਮ ਮਿਨਿਸਟਰ, ਇਹਨਾਂ ਦੇ ਨਾਲ ਇਹ ਨਹੀਂ ਵੀ ਇੰਟਰਵਿਊ ਕਰਕੇ ਉੱਠ ਗਏ, ਕਈ ਹਫ਼ਤੇ ਜਾਣੀ ਇਹਨਾਂ ਦੇ ਕਾਫਲਿਆਂ ਦੇ ਨਾਲ ਚੱਲਣ ਦਾ ਵੀ, ਸਾਰੇ ਹਾਲਾਤ ਅੰਦਰੋਂ ਦੇਖਣ ਦਾ ਵੀ ਕਿੱਦਾਂ ਸਰਕਾਰਾਂ ਕੰਮ ਕਰਦੀਆਂ, ਇਹ ਓਪਰਚੁਨਿਟੀਜ਼ ਮਿਲੀਆਂ। ਇੱਥੋਂ ਤੱਕ ਕਿ ਫਿਰ ਗਲੀਆਂ ਦੇ ਜਿਹੜੇ ਆ ਭਿਖਾਰੀ ਵਗੈਰਾ ਹੁੰਦੇ ਨੇ, ਉੱਥੋਂ ਤੱਕ ਜਾਣੀ ਕਿ ਹਰ ਲੈਵਲ ਦੇ ਉੱਤੇ ਜਿਹੜਾ ਇਹ ਜ਼ਿੰਦਗੀ ਨੂੰ ਮੈਂ ਦੇਖਿਆ ਬੜੇ ਕਰੀਬ ਤੋਂ। ਤੇ ਇੱਕ ਫਿਰ ਜਿਹੜਾ ਇਹ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ ਵੀ ਇੰਗਲੈਂਡ ਦਾ ਸ਼ਾਹੀ ਪਰਿਵਾਰ ਹੈ, ਉਹਦਾ ਜਾਣੀ ਕਿ ਜਵਾਬ ਨਹੀਂਗਾ ਵੀ ਉਹਦੇ ਘਰ ਤੇ ਜਸਟ ਪੈਦਾ ਹੋ ਜਾਣਾ ਹੀ ਕਾਫੀ ਆ ਵੀ ਜਾਂ ਬੰਦਾ ਰਾਜਾ ਬਣੂ ਤੇ ਨਹੀਂ ਤੇ ਪ੍ਰਿੰਸ ਤੇ ਵੱਟਦੇ ਹੀ ਆ ਨਾ। ਜੀ 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 ਜੀ। ਅੱਛਾ, ਫਿਰ ਸਾਰੀ ਉਮਰ ਕਰਨਾ ਵੀ ਕੱਖ ਨਹੀਂ ਹੈ ਨਾ ਵੀ ਓਦਾਂ ਹੀ ਰੁਝੇਵੇਂ ਜਿਹੇ ਬਣਾ ਕੇ ਰੱਖਣੇ ਆ ਤੇ ਜਾਣੀ ਰੁੱਝੇ ਹੋਏ ਵੀ ਬਹੁਤ ਆ ਤੇ ਕੰਮ ਹੈ ਵੀ ਕੋਈ ਨਹੀਂ ਜੀ। ਉਸ ਲਿਹਾਜ਼ ਨਾਲ ਜਾਣੀ ਕਿ ਵੀ ਉਹ ਵੀ ਹੁਣ ਇਸ ਧਰਤੀ ਤੇ ਆਏ ਹੋਏ ਮਨੁੱਖ ਨੇ, ਲੋਕ ਨੇ, ਬੱਚੇ ਨੇ ਵੀ ਜਿਨ੍ਹਾਂ ਨੂੰ ਰੋਟੀ ਪਾਣੀ ਤੋਂ ਜਾਂ ਕਹ ਲਓ ਵੀ ਪ੍ਰੋਪਰ ਫੂਡ ਤੋਂ ਹੀ ਕਈ ਵਾਰੀ ਕਹਿੰਦੇ ਨਾ ਭੁੱਖੇ ਮਰ ਗਏ ਹੈ ਨਾ ਜੀ, ਉਹ ਵੀ ਇਨਸਾਨ ਇਸੇ ਦੁਨੀਆ ਦੇ ਵਿੱਚ ਨੇ। ਮੈਨੂੰ ਲੱਗਦਾ ਹੁੰਦਾ ਹੈ ਵੀ ਜੇ ਇਹ ਪੈਦਾ ਹੋਣਾ ਵਿਅਕਤੀ ਦੇ ਹੱਥ ਨਹੀਂ, ਅਕਾਲ ਪੁਰਖ ਪ੍ਰਮਾਤਮਾ ਦੀ ਆਪਣੀ ਮਰਜ਼ੀ ਹੈ, ਤੇ ਫਿਰ ਕਿਤੇ ਕਿਤੇ ਉਹਨੂੰ ਲੱਗਦਾ ਇਨਸਾਨ ਵੀ ਮੈਂ ਗਲਤ ਜਗ੍ਹਾ ਤੇ ਪੈਦਾ ਕਰ ਲਿਆ, ਇਹਦੀ ਜਗ੍ਹਾ ਕਿਤੇ ਹੋਰ। ਤੇ ਫਿਰ ਉਹ ਗੱਲ ਆ ਇਮੀਗ੍ਰੇਸ਼ਨ ਵੀ ਉਹ ਪ੍ਰਮਾਤਮਾ ਅਕਾਲ ਪੁਰਖ ਸਾਡੇ ਰਿਜ਼ਕ ਦੇ ਲਿਹਾਜ਼ ਨਾਲ ਆਪਣੇ ਸ਼ਾਇਦ ਡਿਸੀਜ਼ਨ ਨੂੰ ਉਹ ਆਪੇ ਠੀਕ ਕਰਦਾ ਜੀ ਵੀ ਪੈਦਾ ਗਲਤੀ ਨਾਲ ਤੁਹਾਨੂੰ ਫਿਲੀਪੀਨ ਕਰਤਾ, ਪੈਦਾ ਗਲਤੀ ਨਾਲ ਤੁਹਾਨੂੰ ਇੰਡੀਆ 'ਚ ਕਰਤਾ, ਪਾਕਿਸਤਾਨ ਕਰਤਾ, ਤੁਹਾਡੀ ਜਗ੍ਹਾ ਕੈਨੇਡਾ ਸੀ, ਤੇ ਫਿਰ ਕੋਈ ਉਹ ਸਬੱਬ ਵਿਧ ਬਣਾ ਦਿੰਦਾ ਵੀ ਸਾਨੂੰ ਇਮੀਗ੍ਰੇਸ਼ਨ ਮਿਲਦੀ ਹੈ ਤੇ ਅਸੀਂ ਇਸ ਧਰਤੀ ਤੇ ਆਉਂਦੇ ਹਾਂ। ਅੱਜ ਕਰੋਨਾ ਦੀ ਮਾਰ ਜਦੋਂ ਪੈ ਰਹੀ ਆ ਸਾਰੇ ਦੇਸ਼ਾਂ ਦੇ ਵਿੱਚ ਤੇ ਬਹੁਤ ਸਾਰੀ ਉਹ ਭੁੱਖਮਰੀ ਦੇ ਨਾਲ ਨਾਲ ਹੋਰ ਕਿੱਦਾਂ ਦੀਆਂ ਇਹ ਵਿਕਰਾਲ ਸਮੱਸਿਆਵਾਂ ਨੇ। ਤੁਸੀਂ ਦੇਖੋ ਵੀ ਇਹ ਆਕਸੀਜਨ ਦੇ ਸਿਲੰਡਰ, ਅਰਸ਼ ਤੁਸੀਂ ਤਾਂ ਚਲੋ ਉੱਥੇ ਹੁਣ ਫਿਲਮਾਂ ਦੀ ਆਪਣੀ ਇੰਡਸਟਰੀ 'ਚ ਦੇਖਿਆ ਮਾਹੌਲ, ਫਿਰ ਵੀ ਥੋੜਾ ਕਰੀਬ ਤੋਂ ਲਾਈਫ ਨੂੰ, ਕਿ ਲੋਕਾਂ ਨੇ ਇਹ ਕਿਚਨ ਦੇ ਰਸੋਈ ਗੈਸ ਦੇ ਸਿਲੰਡਰ ਭਰਨ ਦੀਆਂ, ਉੱਥੇ ਲਾਈਨਾਂ 'ਚ ਲੱਗਣ ਦੀਆਂ ਤੇ ਗੱਲਾਂ ਬਹੁਤ ਸੁਣੀਆਂ ਸੀ, ਦੇਖੀਆਂ, ਹੰਡਾਈਆਂ। ਜਿਹੜੇ ਲੋਕ ਉੱਥੋਂ ਆਏ ਨੇ ਉਹਨਾਂ ਨੂੰ ਪਤਾ ਵੀ ਇਹ ਸਭ ਕੁਛ ਕੀ ਆ। ਅੱਜ ਕੱਲ੍ਹ ਆਪਾਂ ਕੀ ਦੇਖਦੇ ਹਾਂ ਵੀ ਕਿਚਨ ਦੇ ਸਿਲੰਡਰਾਂ ਦੀ ਗੱਲ ਪਿੱਛੇ ਰਹਿ ਗਈ ਵੀ ਬੰਦਿਆਂ ਨੇ, ਲੋਕਾਂ ਨੇ, ਫੈਮਿਲੀ ਮੈਂਬਰਸ ਨੂੰ ਸਾਹ ਦਵਾਉਣ ਦੇ ਲਈ ਲੋਕ ਆਕਸੀਜਨ ਦੇ ਸਿਲੰਡਰ ਭਰਾਉਣ ਲਈ ਲਾਈਨਾਂ 'ਚ ਲੱਗੇ ਹੋਏ ਨੇ। ਮਤਲਬ ਰਸੋਈ ਗੈਸ ਦਾ ਸਿਲੰਡਰ ਭਰਾਉਣ ਲਈ ਤੇ ਲੋਕਾਂ ਨੂੰ ਲਾਈਨਾਂ 'ਚ ਲੱਗੇ ਦੇਖਿਆ ਸੀ। ਪਰ ਉੱਥੇ ਹੁਣ ਪਟਨਾ ਵਰਗੇ ਸ਼ਹਿਰ, ਜਿੱਥੇ ਹੋਰ ਉੱਥੇ ਇੰਡੀਆ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੀ ਜਿਸ ਤਰ੍ਹਾਂ ਇਹ ਮਾਰ ਪੈ ਰਹੀ ਆ ਕਰੋਨਾ ਵਾਇਰਸ ਦੀ, ਸਾਹ ਨਹੀਂ ਮਿਲ ਰਿਹਾ, ਉਹਦੇ ਲਈ ਆਕਸੀਜਨ ਦੀ ਗੱਲ, ਤੇ ਵੀ ਇਹ ਜਿਹੜੇ ਸਿਲੰਡਰ ਭਰਵਾਉਣ ਦੇ ਲਈ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ। ਸੋ ਲੇਕਿਨ ਕਿ ਕਿੰਨੇ ਅਸੀਂ ਖੁਸ਼ਕਿਸਮਤ ਹਾਂ ਕਿ ਉਸ ਸਭ ਕੁਝ ਦਿਨ ਅਸੀਂ ਦੂਰ ਬੈਠੇ ਦੇਖ ਰਹੇ ਹਾਂ ਤੇ ਇੱਥੇ ਲੇਕਿਨ ਕਿ ਆਜ਼ਾਦੀ ਦਾ ਹਰ ਤਰ੍ਹਾਂ ਦੇ ਕਹਿ ਲਓ ਵੀ ਪਰਮਾਤਮਾ ਦੀਆਂ ਬਲੈਸਿੰਗਸ ਦਾ ਅਸੀਂ ਆਨੰਦ ਮਾਣ ਰਹੇ ਹਾਂ ਕੈਨੇਡਾ ਦੀ ਧਰਤੀ ਤੇ। ਸੋ ਬੜੇ ਸ਼ੁਕਰਗੁਜ਼ਾਰ ਹਾਂ ਜੀ, ਬਹੁਤ ਵਧੀਆ ਸਮਾਂ ਜੀ। 905-813-1320 ਜੌਲ ਸਾਹਿਬ, ਰੰਗਲਾ ਪੰਜਾਬ ਨੂੰ 24 ਸਾਲ ਹੋ ਚੁੱਕੇ ਨੇ ਤੇ ਇਸ ਸੰਦਰਭ ਦੇ ਵਿੱਚ ਤੁਹਾਡੇ ਤੋਂ ਅੱਜ ਲੱਕੀ ਡਰਾ ਸੀ
ਘਟਾਉਣਾ ਚਾਹੁੰਦੇ ਹਾਂ ਜੀ ਜੋ ਸਾਡੇ ਵੀਰ ਬੈਡ ਬਾਥ ਐਂਡ ਡੈਕੋਰ ਦੇ ਹਰਮਿੰਦਰ ਜੌਹਲ ਜੀ ਇਸ ਵੇਲੇ ਸਪਾਂਸਰ ਕਰ ਰਹੇ ਸਨ ਤੁਰਕੀ ਬਾਣੀ ਰੇਡੀਓ ਜੋ ਕਿ 24 ਘੰਟੇ ਸੱਤੋਂ ਦਿਨ ਗੀਤ ਭਜਨ ਸ਼ਬਦ ਚੌਂਕੀਆਂ ਆਲ ਦੈਟ ਕਾਈਂਡ ਆਫ ਸਟਫ ਇਜ਼ ਔਨ ਦਿਸ ਰੇਡੀਓ 24 ਘੰਟੇ ਤੁਸੀਂ ਆਪਣੇ ਕੋਲ ਰੱਖ ਕੇ ਇਸ ਨੂੰ ਸੁਣਿਆ ਜਾ ਸਕਦਾ ਹੈ ਸੋ ਜੌਹਲ ਸਾਹਿਬ ਅਸੀਂ ਤੁਹਾਡੇ ਸ਼ੁਭ ਆਵਾਜ਼ਾਂ ਦੇ ਨਾਲ 1 2 3 ਸੁਣਨਾ ਚਾਹਾਂਗੇ ਐਂਡ ਦੇਖਦੇ ਨੇ ਕਿ ਕਿਹੜਾ ਸਾਡਾ ਲੱਕੀ ਉਹ ਵਿਨਰ ਹੋਵੇਗਾ ਜੋ ਇਹ MRS ਬੈਡ ਬਾਥ ਵੱਲੋਂ ਜੇਤੂ ਪ੍ਰਾਪਤ ਹੋਵੇ ਸੋ ਜੌਹਲ ਸਾਹਿਬ whenever you're ready 1 2 3 go ਤੁਸੀਂ ਕਹਿਣਾ ਜੀ 1 2 3 go alright ਦੇਖਦੇ ਨੇ ਕਿ ਕਿਹੜਾ ਸਾਡਾ ਵਿਅਕਤੀ ਕਿਹੜਾ ਸਾਡਾ IPTV ਬਾਕਸ ਵਿਨਰ is it a male is it a female ਦੇਖੋ ਜੀ ਰੁਕ ਜਾ ਇੰਨਾ ਸਸਪੈਂਸ ਜੌਹਲ ਸਾਹਿਬ ਕਿਹੜਾ ਰੰਗ ਹੋਗਾ ਬਲੂ ਗ੍ਰੀਨ ਜਾਂ ਰੈਡ ਮੈਨੂੰ ਜੋ ਲੱਗਦਾ ਰੈਡ ਹੀ ਹੋਊਗਾ ਹੁਣ ਮੈਂ ਦੇਖ ਤਾਂ ਨਹੀਂ ਪਾ ਰਿਹਾ ਤੁਸੀਂ ਦੇਖ ਤਾਂ ਨਹੀਂ ਪਾ ਰਹੇ ਹੋ ਬਟ ਨੋ ਵਰੀ ਇਹ ਪ੍ਰੋਗਰਾਮ ਰਿਪੀਟ ਹੋ ਜਾਏਗਾ ਜੌਹਲ ਸਾਹਿਬ ਜ਼ਰੂਰ ਦੇਖਣਾ ਦੁਬਾਰਾ here we go ਰੁਕ ਗਈ and alright ਕੁਲਦੀਪ ਖੇਲਾ ਜੀ ਕਿਆ ਬਾਤ ਹੈ ਕੁਲਦੀਪ ਖੇਲਾ ਜੀ ਜੋ ਲਾਸਟ ਨੰਬਰ ਹੈਗਾ ਜੀ ਉਹਨਾਂ ਦਾ 9744 ਰੇਡੀਓ ਜਿੱਤਿਆ ਨੇ ਕੁਲਦੀਪ ਖੇਲਾ ਜੀ ਬਹੁਤ ਸਾਰੀਆਂ ਮੁਬਾਰਕਾਂ ਕੁਲਦੀਪ ਜੀ ਨੂੰ ਐਂਡ ਜੌਹਲ ਸਾਹਿਬ ਤੁਸੀਂ ਵੀ ਵਧਾਈ ਦੇ ਦਿਓ ਕੁਲਦੀਪ ਜੀ ਨੂੰ ਬਿਲਕੁਲ ਜੀ ਅਸੀਂ ਕੁਲਦੀਪ ਖੇਲਾ ਜੀ ਨੂੰ ਵਧਾਈ ਦਈਏ ਤੇ ਇਹਦੇ ਨਾਲ ਹੀ ਆਪਣੇ ਸਰੋਤਿਆਂ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰੀਏ ਕਿ ਉਹਨਾਂ ਨੇ ਇਹ 24 ਸਾਲਾਂ ਦੇ ਇਸ ਲੰਬੇ ਸਫ਼ਰ ਦੇ ਵਿੱਚ ਰੰਗਲਾ ਪੰਜਾਬ ਨੂੰ ਇੱਕ ਬੜੀ ਰੰਗਲੀ ਮਹਿਫਲ ਬਣਾ ਦਿੱਤਾ ਉਹਦੇ ਵਿੱਚ ਤੁਹਾਡੇ ਪਿਤਾ ਜੀ ਦਿਲਬਾਗ ਸਿੰਘ ਚਾਵਲਾ ਉਹਨਾਂ ਦੇ ਮਨ ਦੇ ਵਿੱਚ ਕਿਤੇ ਇਹ ਖਿਆਲ ਆਇਆ ਬੜੀ ਸਟਰਗਲ ਦਾ ਉਹ ਸਮਾਂ ਸੀ ਵੈਸੇ ਕਦੀ ਹਾਂਜੀ 1 ਘੰਟਾ ਫਿਰ ਉਸ ਤੋਂ ਬਾਅਦ ਕਿਸ ਤਰ੍ਹਾਂ ਹੁਣ ਤੁਹਾਨੂੰ ਪਤਾ ਵੀ ਸਮੇਂ ਦੇ ਵਿੱਚ ਰੰਗਲਾ ਪੰਜਾਬ ਦੀ ਪੂਰੀ ਝੰਡੀ ਹੈ ਪਰ 1 ਘੰਟਾ 2 ਘੰਟੇ ਕਿੱਦਾਂ ਜੋੜ ਕੇ ਜਾਣੀ ਕਿ ਸਾਲੋ ਸਾਲ ਦਾ ਇਹ ਸਫ਼ਰ ਸੀਗਾ ਉਹਦੇ ਨਾਲ ਹੀ ਜਾਣੀ ਕਿ ਵੀ ਜਿਉਂ ਆਪਣੀ ਫਿਰ ਕਮਿਊਨਿਟੀ ਵੱਧਦੀ ਗਈ ਤਿਉਂ ਹੀ ਜਾਣੀ ਕਿ ਰੰਗਲਾ ਪੰਜਾਬ ਨੇ ਮਹਿਸੂਸ ਕੀਤਾ ਕਿ ਵੀ ਸਾਨੂੰ ਆਪਣੀ ਵਿਰਾਸਤ ਆਪਣੀ ਕੌਮ ਦੀ ਆਪਣੇ ਅਕੀਦੇ ਦੀ ਹਾਂਜੀ ਗੱਲ ਕਰਨ ਦੀ ਲੋੜ ਹੈ ਉਹ ਮਾੜਾ ਮੋਟਾ ਸਾਡਾ ਜੋ ਇਤਿਹਾਸ ਹੈ ਸੋ ਉਸ ਸਭ ਕੁਝ ਦੇ ਨਾਲ ਰੰਗਲਾ ਪੰਜਾਬ ਨੇ ਜੀ ਵੀ ਲਗਾਤਾਰਤਾ ਦੇ ਨਾਲ ਕਮਿਊਨਿਟੀ ਨੂੰ ਇਹ ਅੱਗੇ ਵਧਣ ਦੇ ਵਿੱਚ ਸਹਾਇਤਾ ਕੀਤੀ ਕਮਿਊਨਿਟੀ ਦਾ ਬੜਾ ਸਹਿਯੋਗ ਮਿਲਿਆ ਤੇ ਉਹ ਜਿਹੜੇ ਸਪਾਂਸਰ ਸਾਹਿਬਾਨ ਪਹਿਲੇ ਦਿਨ ਤੋਂ ਜੁੜੇ ਹੋਏ ਨੇ ਇੱਕ ਟੀਮ ਦੇ ਵਜੋਂ ਉਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਖੇਲਾ ਸਾਹਿਬ ਜੀ ਨੂੰ ਵੀ ਬਹੁਤ ਬਹੁਤ ਮੁਬਾਰਕ ਜੇ ਸੁਣ ਰਹੇ ਹੋਣਗੇ ਤਾਂ ਜ਼ਰੂਰ ਸਾਡੀ ਟੀਮ ਨੂੰ ਕਾਲ ਕਰ ਲੈਣ 6475545859 ਜੌਹਲ ਸਾਹਿਬ ਸ਼ੁਰੂਆਤ ਕਰੀਏ ਆਪਾਂ ਖਬਰਾਂ ਨੂੰ ਲੈ ਕੇ ਕਾਫੀ ਰੌਚਕ ਖਬਰਾਂ ਜੋ ਸਾਨੂੰ ਸੁਣਨ ਨੂੰ ਤੇ ਦੇਖਣ ਨੂੰ ਮਿਲ ਰਹੀਆਂ ਨੇ ਆਪਾਂ ਪਹਿਲਾਂ ਉਸ ਸਟੂਡੈਂਟ ਦੀ ਗੱਲ ਕਰ ਲਈਏ ਜਿਸਨੇ ਸੁਸਾਈਡ ਕੀਤਾ ਉਸ ਤੋਂ ਬਾਅਦ ਫਿਰ ਆਪਾਂ ਬਾਕੀ ਦੀ ਖਬਰਾਂ ਨੂੰ ਅਗਾਂਹ ਤੋਰਾਂਗੇ ਜੀ ਇਹਦੀ ਕੀ ਖਬਰ ਹੈ ਜੀ ਇਹ ਅਰਜ ਰਾਤੀ ਨਾ ਮੈਨੂੰ ਮੌਕਾ ਮਿਲਿਆ ਸੀ ਉਹਦੇ ਜਿਹੜੇ ਸਾਥੀ ਨੇ ਗੱਲਬਾਤ ਕਰਨ ਦਾ ਵੀ ਇਹ ਕੀ ਗੱਲਬਾਤ ਵਾਪਰੀ ਆ ਕਿਉਂਕਿ ਦੇਖੋ ਵੀ ਕੋਈ ਆਪਾਂ ਹੁਣ ਕਿੱਡਾ ਸੁਪਨਾ ਹੈ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਆ ਚੁੱਕੇ ਹੁੰਦੇ ਨੇ ਉਹਨਾਂ ਦੀਆਂ ਤੇ ਚਲੋ ਧਾਰਨਾਵਾਂ ਕੈਨੇਡਾ ਪ੍ਰਤੀ ਬਦਲ ਜਾਂਦੀਆਂ ਨੇ ਜਦੋਂ ਇੱਥੇ ਔਖੇ ਸਮੇਂ ਵੀ ਦੇਖਣੇ ਪੈਂਦੇ ਆ ਕਿਉਂਕਿ ਉੱਥੇ ਤਾਂ ਸ਼ਾਇਦ ਆਪਾਂ ਪੰਜਾਬ ਧਰਤੀ ਦੇ ਬੈਠਿਆਂ ਦੇ ਫੁੱਲਾਂ ਦੀਆਂ ਕਿਆਰੀਆਂ ਦੀ ਕਹਿ ਲਓ ਵੀ ਸੁਪਨਮਈ ਜ਼ਿੰਦਗੀ ਦੇਖੀ ਹੁੰਦੀ ਆ ਵੀ ਕੈਨੇਡਾ ਜਾਵਾਂਗੇ ਜੀ ਸਾਰਾ ਕੁਝ ਸਵਰਗ ਦੇ ਵਿੱਚ ਪਲੇਟਾਂ 'ਚ ਪਰੋਸਿਆ ਮਿਲਣਾ ਤੇ ਪਰ ਲੇਕਿਨ ਕਿ ਜਦੋਂ ਫਿਰ ਇਹ ਤਲਖ ਸੱਚਾਈਆਂ ਦੇ ਨਾਲ ਸਾਹਮਣਾ ਪੈਂਦਾ ਕਰਨਾ ਤੇ ਫਿਰ ਤਰ੍ਹਾਂ ਦੇ ਜਿਹੜੀਆਂ ਵਿਚਾਰ ਨੇ ਉਹ ਬਦਲਦੇ ਨੇ ਕੈਨੇਡਾ ਕਈਆਂ ਨੂੰ ਫਿਰ ਚੰਗਾ ਲੱਗਣੋਂ ਹਟ ਜਾਂਦਾ ਤੇ ਲੇਕਿਨ ਕਿ ਇਹ ਆ ਜੀ ਵੀ ਹੁਣ ਇਹ ਨੌਜਵਾਨ ਜਿਹੜਾ ਲਵਪ੍ਰੀਤ ਸਿੰਘ ਸੀਗਾ ਪਿੰਡ ਚੜਿਕ ਜ਼ਿਲ੍ਹਾ ਮੋਗਾ ਤੇ ਉਹਦੇ ਨਾਲ ਹੀ ਇੱਕ ਪਿੰਡ ਉੱਥੇ ਹੈਗਾ ਮੱਲੀਆਂ ਵਾਲਾ ਹਾਂਜੀ ਉਹ ਨੌਜਵਾਨ ਬਲਰਾਜ ਹੈ ਤੇ ਜਦੋਂ ਉਹ ਕਹਿੰਦਾ ਜੀ ਵੀ ਦੇਖੋ ਪਿਛਲੇ ਕਾਫੀ ਹਫ਼ਤਿਆਂ ਤੋਂ ਸਟਰਗਲ ਦੇ ਵਿੱਚ ਸੀ ਸਕਾਰਪੁਰ ਸੈਂਟੇਨੀਅਲ ਕਾਲਜ ਦੇ ਵਿੱਚ ਪੜ੍ਹਦਾ ਵੀ ਸੀ ਫਿਰ ਉਹਨੂੰ ਇੱਥੇ ਬਰੈਂਪਟਨ ਲਿਆਂਦਾ ਬੋਲਟਨ ਦੇ ਵਿੱਚ ਉਹਨੂੰ ਜੌਬ ਤੇ ਵੀ ਲਵਾਇਆ ਪਰ ਹੁਣ ਦੇਖੋ ਨਾ ਵੀ ਕੋਈ 25-25 ਲੱਖ ਰੁਪਈਆ ਤੇ ਆਮ ਲਾ ਕੇ ਇਹ ਲੜਕੇ ਲੜਕੀਆਂ ਉੱਥੋਂ ਆਪਣੇ ਪਰਿਵਾਰਾਂ ਦੀਆਂ ਬਲੈਸਿੰਗਸ ਦੇ ਨਾਲ ਆ ਰਹੇ ਨੇ ਜਾਂ ਆ ਰਹੀਆਂ ਨੇ ਤੇ ਹੁਣ 25 ਲੱਖ ਲਾਉਣ ਤੋਂ ਬਾਅਦ ਜਾਣੀ ਇਹ ਹਾਲਾਤ ਸੀਗੇ ਵੀ ਉਹ ਸੌਣ ਨੂੰ ਵੀ ਜਗ੍ਹਾ ਹੈ ਨਹੀਂ ਸੀ ਰਹਿਣ ਨੂੰ ਵੀ ਕਮਰਾ ਹੈ ਨਹੀਂ ਸੀ ਵੀ ਕੋਈ ਸਟੋਰ ਬੰਦ ਹੋ ਗਿਆ ਕੋਈ ਬੈਂਕ ਬੰਦ ਹੋ ਗਈ ਵੀ ਉੱਥੇ ਵੀ ਕਈ ਵਾਰੀ ਰਾਤਾਂ ਉਹ ਕੱਟਦਾ ਸੀ ਜੀ ਏਦਾਂ ਹੀ ਆ ਜੀ ਵੀ ਇਹ ਵੀ ਇਸ ਤਰੀਕੇ ਦੇ ਨਾਲ ਉਹਦੇ ਮਨ ਦੇ ਵਿੱਚ ਕੋਈ ਪਰੇਸ਼ਾਨੀ ਵਧੀ ਆ ਤੇ ਜਾਣੀ ਹੁਣ ਇਹ ਦੇਖਿਆ ਗਿਆ ਵੀ ਉਹਦੀ ਜਿਹੜੀ ਬੋਡੀ ਆ ਉਹ ਟੋਰਾਂਟੋ ਡਾਊਨਟਾਊਨ ਦੇ ਵਿੱਚ ਇਹ 28 ਅਪ੍ਰੈਲ ਦੀ ਸਵੇਰੇ 7 ਵਜੇ ਦੀ ਗੱਲ ਆ ਵੀ ਜਾਣੀ ਟੁਕੜੇ ਹੋਈ ਹਨਾ ਉਹ ਟੁਕੜੇ ਹੋਈ ਮਤਲਬ ਕਿਉਂਕਿ ਗੱਡੀ 'ਚ ਵੱਜਾ ਜਾਂ ਗੱਡੀ ਥੱਲੇ ਆਇਆ ਜਾਂ ਉਹਨੇ ਗੱਡੀ ਦੇ ਅੱਗੇ ਛਾਲ ਮਾਰੀ ਵਟਐਵਰ ਇਹਦੀ ਚਲੋ ਅੱਗੇ ਪੁਲਿਸ ਨੇ ਅਜੇ ਉਹਦਾ ਪੋਸਟਮਾਰਟਮ ਹੋਣਾ ਆ ਕੋਰੋਨਰ ਕੋਲ ਹੀ ਆ ਜਿਹੜੀ ਲਾਸ਼ ਅਜੇ ਬੋਡੀ ਜਿਹੜੀ ਰਿਲੀਜ਼ ਨਹੀਂ ਕੀਤੀ ਗਈ ਫਿਊਨਰਲ ਹੋਮ ਵਾਸਤੇ
ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਹੁਣ ਉਹ ਬਾਕੀ ਤਾਂ ਚਲੋ ਇਨਵੈਸਟੀਗੇਸ਼ਨ 'ਚੋਂ ਪਤਾ ਲੱਗੂਗਾ, ਕਿਉਂਕਿ ਇਹ ਅਫੀਸ਼ੀਅਲਸ ਨੇ ਕਨਫਰਮ ਨਹੀਂ ਕੀਤਾ ਵੀ ਇਹ ਸੁਸਾਈਡ ਸੀਗਾ ਜਾਂ ਕੀ ਸੀਗਾ। ਪਰ ਜਿਸ ਤਰੀਕੇ ਦੇ ਨਾਲ ਇਹ ਉਹਦੇ ਸਾਥੀ ਦੱਸ ਰਹੇ ਆ ਵੀ ਇਹ ਸੁਸਾਈਡ ਹੀ ਹੋ ਸਕਦਾ ਜੋ ਉਹਦੀ ਸਿਚੁਏਸ਼ਨ ਸੀ। ਤੇ ਦੂਸਰਾ ਇਹ ਆ ਜੀ ਵੀ ਦੇਖੋ ਨਾ ਵੀ ਇਹ ਹੁਣ ਸੁਪਨਾ ਤੇ ਕੀ ਹੁੰਦਾ, ਉੱਥੋਂ ਪੰਜਾਬ ਤੋਂ ਚੱਲੋ ਤੇ ਜਦੋਂ ਜੇ ਪਾਸਪੋਰਟ 'ਚ ਵੀਜ਼ਾ ਹੀ ਲੱਗਦਾ ਨਾ ਅਰਸ਼, ਹਾਂਜੀ, ਵੀ ਜਾਣੀ ਇਹ ਜਿਸ ਤਰ੍ਹਾਂ ਕਈ ਵਾਰੀ ਬੱਚੇ ਦੇ ਪੈਦਾ ਹੋਣ ਤੇ ਪੰਜਾਬੀ ਬਹੁਤ ਖੁਸ਼ ਹੁੰਦੇ ਆ, ਬਿਲਕੁਲ। ਫਿਰ ਦੂਸਰਾ ਵੱਡਾ ਖੁਸ਼ੀ ਦਾ ਮੌਕਾ ਜਿਹੜਾ ਉਹਦਾ ਵਿਆਹ ਦਾ ਸਮਾਂ ਸਮਝਿਆ ਜਾਂਦਾ। ਤੇ ਮੈਂ ਸਮਝਦਾ ਵੀ ਅੱਜ ਸਾਡਾ ਜਿਹੜਾ ਸਮਾਜ, ਸਾਡਾ ਪੰਜਾਬੀ ਸੱਭਿਆਚਾਰ ਇੱਥੋਂ ਤੱਕ ਪਹੁੰਚ ਗਿਆ ਵੀ ਜਨਮ ਵਿਆਹ ਤੋਂ ਇਲਾਵਾ ਜੇ ਜ਼ਿੰਦਗੀ 'ਚ ਕੋਈ ਹੋਰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਤੇ ਉਹ ਜਦੋਂ ਪਾਸਪੋਰਟ 'ਚ ਕੈਨੇਡਾ ਦੇ ਵੀਜ਼ਾ ਲੱਗਦਾ, ਬਿਲਕੁਲ ਉਸ ਵੇਲੇ ਖੁਸ਼ੀਆਂ ਦਾ ਕੋਈ ਅੰਤ ਨਹੀਂ। ਉਹ ਵੀ ਪਾਰਟੀਆਂ, ਬਾਕੀ ਸਾਰੀਆਂ ਸੈਰੇਮਨੀ ਤੇ ਰਿਸ਼ਤੇਦਾਰ ਆਉਂਦੇ ਆ, ਜਾਂਦੇ ਆ, ਮਿਲਦੇ ਆ, ਮਾਰ ਕਿਤੇ ਸਗਨਾਂ ਨਾਲ ਤੋਰਿਆ ਜਾਂਦਾ, ਬਿਲਕੁਲ। ਤੇ ਹੁਣ ਇਹ ਉਹ ਜਿਹੜਾ ਤੋਰਨਾ ਤੇ ਖੁਸ਼ੀਆਂ ਤੇ ਖੁਦਕੁਸ਼ੀਆਂ ਵਾਸਤੇ ਤਾਂ ਹੁੰਦਾ ਨਹੀਂ ਕਿ ਜਾ ਕੇ ਖੁਦਕੁਸ਼ੀ ਕਰੂ, ਹਨਾ। ਸੋ ਉਸ ਲਿਹਾਜ਼ ਨਾਲ ਲੇਕਿਨ ਕਿ ਜਿਹੜੇ ਹਾਲਾਤਾਂ ਦੇ ਇੱਥੇ ਸਾਹਮਣਾ ਫਿਰ ਕਈ ਵਾਰੀ ਸਟਰਗਲ ਦੇ ਵਿੱਚ ਕਰਨਾ ਪੈਂਦਾ ਤੇ ਮੁਸ਼ਕਲਾਂ ਦੇ ਵਿੱਚ ਘਿਰਦੇ ਨੇ। ਇੱਕ ਪਿਛਲੇ ਦਿਨ ਹੀ ਮੈਨੂੰ ਟੈਲੀਫੋਨ ਆਇਆ ਸੀ ਲੜਕੇ ਦਾ ਕਿ ਮੈਂ ਜੀ ਬਹੁਤ ਜ਼ਿਆਦਾ ਕਹਿ ਲਓ ਵੀ ਮੈਂ ਸਟ੍ਰੈਸ ਦੇ ਵਿੱਚ ਚਲਾ ਗਿਆ, ਡਿਪਰੈਸ਼ਨ ਦੇ ਵਿੱਚ ਚਲਾ ਗਿਆ ਤੇ ਮੈਂ ਨਾ ਪਿਛਲੇ 1 ਸਾਲ ਤੋਂ ਐਂਟੀ ਡਿਪਰੈਸੈਂਟ ਖਾ ਰਿਹਾ। ਮੈਂ ਕਿਹਾ ਤੂੰ ਐਂਟੀ ਡਿਪਰੈਸੈਂਟ ਖਾ ਰਿਹਾ ਪਿਛਲੇ 1 ਸਾਲ ਤੋਂ ਤੇ ਤੂੰ 25 ਲੱਖ ਉੱਥੋਂ ਪਿੰਡੋਂ ਜਾਣੀ ਕਿ ਲਾ ਕੇ ਇਸ ਕੰਮ ਨੂੰ ਤੁਰਿਆ, ਹਨਾ। ਜਾਣੀ ਕਿ ਜਦੋਂ 15 ਮਿੰਟ ਉਹਦੀ ਝੰਡ ਕੀਤੀ ਤੇ ਫਿਰ ਬੜਾ ਵਧੀਆ ਕਾਇਮ ਹੋ ਵੀ ਗਿਆ। ਹੁਣ ਇੱਕ ਬੱਚਾ 25 ਸਾਲ ਦਾ, 22 ਸਾਲ ਦਾ, ਹਨਾ, ਤੇ 1 ਸਾਲ ਤੋਂ ਗੋਲੀਆਂ ਖਾ ਰਿਹਾ ਤੇ ਉਹਦਾ ਡਿਪਰੈਸ਼ਨ ਹੀ ਨਹੀਂ ਠੀਕ ਹੋ ਰਿਹਾ ਤੇ ਉਹ ਮਤਲਬ ਕਰਜ਼ੇ ਚੁੱਕ ਕੇ ਕੱਲ ਹੀ ਇੱਥੇ ਫਿਰ ਖੱਜਲ ਹੋ ਰਿਹਾ, ਜਾਂ ਉਹਨੇ ਮਾਪਿਆਂ ਨੂੰ ਵੀ ਕਰਜ਼ਾਈ ਕੀਤਾ ਸਭ ਕੁਛ। ਤੇ ਇਹ ਏਦਾਂ ਦੇ ਜਾਣੀ ਕਿ ਸਭ ਕੁਝ ਤਾਂ ਆਪਾਂ ਉੱਥੇ ਹੀ ਕਰੀ ਜਾਈਏ ਫਿਰ। ਇੱਥੇ ਜੋਲ ਸਾਹਿਬ ਪਤਾ ਕੀ ਬਹੁਤ ਵਧੀਆ ਗੱਲ ਕੀਤੀ ਤੁਸੀਂ, ਝੰਡ ਕੀਤੀ ਐਂਡ ਉਹਨਾਂ ਬੱਚਿਆਂ ਨੂੰ ਇੱਕ ਰਾਹ ਚਾਹੀਦਾ ਹੁੰਦਾ, ਇੱਕ ਨਾ ਮੈਂਟੋਰ ਚਾਹੀਦਾ ਹੁੰਦਾ ਕਿ ਹਾਂ ਵੀ ਸਾਨੂੰ ਕੋਈ ਗਾਈਡ ਕਰੇ, ਸਾਡੇ ਤੇ ਕੋਈ ਚਲਾਵੇ, ਚੀਕੇ, ਸਾਡੇ ਤੇ ਗੁੱਸੇ ਹੋਵੇ, ਸਾਨੂੰ ਉਹ ਕਹੇ ਕਿ ਗਲਤ ਆ, ਤੂੰ ਇਸ ਥਾਂ ਤੇ ਗਲਤ ਹੈ, ਤੂੰ ਇਸ ਥਾਂ ਤੇ ਸਹੀ। ਗਾਈਡੈਂਸ ਚਾਹੀਦੀ ਹੁੰਦੀ ਹੈ, ਕਹਿੰਦੇ ਨਾ ਕਿ ਇੱਕ ਛਵੀ ਚਾਹੀਦੀ ਹੁੰਦੀ ਉੱਤੇ। ਦੇਖੋ ਜੀ ਇਹਨਾਂ ਤੇ ਜਿੰਨੀ ਕੁ ਮੇਰਾ ਬੱਸ ਚੱਲੇ ਉਨੀ ਕੁ ਤੇ ਮੈਂ ਬਾਜ਼ ਅੱਖ ਰੱਖਦਾ ਤੇ ਜਦੋਂ ਮੇਰੇ ਕੋਲ ਪਹੁੰਚੇ ਥੱਲੇ ਆ ਜਾਏ ਤੇ ਫਿਰ ਜਾਣੀ ਉਹਨੂੰ ਐਨ ਟੱਕਰੇ ਵਾਂਗੂ ਸਿੱਧਾ ਕਰਨ ਦੀ ਕੋਸ਼ਿਸ਼ ਹੁੰਦੀ ਆ ਤੇ ਹੁੰਦੇ ਵੀ ਆ ਤੇ ਹੁੰਦੀਆਂ ਵੀ ਆ ਜੀ। ਪਰ ਜੋਲ ਸਾਹਿਬ, ਯੂ ਟੈਲ ਮੀ ਵਨ ਥਿੰਗ, ਇੱਥੇ ਇੰਨੀਆਂ ਸੁਵਿਧਾਵਾਂ ਨੇ, ਇੱਥੇ ਇੰਨੇ ਕਮਿਊਨਿਟੀ ਸੈਂਟਰਸ ਨੇ। ਸਾਡਾ ਵੀ ਖੁਦ ਪੰਜਾਬੀਆਂ ਦਾ ਇੱਕ ਕਮਿਊਨਿਟੀ ਸੈਂਟਰ ਹੈ ਜੋ ਕਿ ਮੁੱਟਾ ਸਾਹਿਬ ਚਲਾਉਂਦੇ ਨੇ ਐਂਡ ਉੱਥੇ ਵੀ ਹੈਲਪ ਮਿਲਦੀ ਹੈ। ਪਰ ਮੈਨੂੰ ਇਹ ਸਮਝ ਨਹੀਂ ਆਉਂਦੀ, ਸਾਡੇ ਜਿਹੜੇ ਬੱਚੇ ਨੇ ਜਾਂ ਸਟੂਡੈਂਟਸ ਨੇ, ਯੂ ਲਿਵ ਇਨ ਅ ਕੰਟਰੀ ਵਿਥ ਫੁੱਲ ਆਫ ਓਪਰਚੁਨਿਟੀਜ਼, ਆਪਾਂ ਇਹ ਕਹੀਏ, ਕਿਸੇ ਨੂੰ ਵੀ ਹੈਲਪ ਚਾਹੀਦੀ ਹੁੰਦੀ ਤਾਂ ਸਾਨੂੰ ਦੱਸੋ ਕਿ ਸਾਨੂੰ ਹੈਲਪ ਚਾਹੀਦੀ ਆ। ਵੀ ਆਰ ਦੇਅਰ ਫॉर ਯੂ, ਕੈਨੇਡਾ ਇਜ਼ ਦੇਅਰ ਫॉर ਯੂ, ਦ ਪੀਪਲ ਆਫ ਟੋਰਾਂਟੋ, ਮਿਸਿਸਾਗਾ, ਬਰੈਂਪਟਨ, ਰੈਕਸਡੇਲ, ਜਿੱਥੇ ਤੁਸੀਂ ਰਹਿੰਦੇ ਹੋ, ਦੇ ਆਰ ਦੇਅਰ ਫॉर ਯੂ। ਇੱਕ ਆਵਾਜ਼ ਉਠਾਉਣੀ ਜ਼ਰੂਰੀ ਹੁੰਦੀ ਹੈ। ਯੈਸ, ਇਹ ਗੱਲ ਤੁਸੀਂ ਬਾ ਕਮਾਲ ਕੀਤੀ ਹੈ। ਕੈਨੇਡੀਅਨ ਪਰਸਪੈਕਟਿਵ ਤੋਂ, ਸੰਦਰਭ ਤੋਂ ਤਾਂ ਇਹ ਖਿਆਲ ਇਹ ਕੰਮ ਕਰਦਾ, ਪਰ ਇਹ ਉਹਨਾਂ ਵਾਸਤੇ ਨਹੀਂ ਕੰਮ ਕਰਦਾ ਜਿਹੜੇ ਨੈਚੁਰਲੀ ਆ ਵੀ ਉਸ ਦਾਇਰੇ ਦੇ ਵਿੱਚ ਹੀ ਨਹੀਂ ਆਉਣਾ ਚਾਹੁੰਦੇ ਜਾਂ ਆਉਣੀਆਂ ਚਾਹੁੰਦੀਆਂ, ਕਿਉਂਕਿ ਵੀ ਉਹਨਾਂ ਨੂੰ ਪਤਾ ਵੀ ਅਸੀਂ ਤਾਂ ਬਹੁਤ ਵੱਡੇ ਅਕਲ ਵਾਲੇ ਆ। ਈਗੋ ਅੰਦਰੋਂ ਈਗੋ ਹਰਟ ਹੁੰਦੀ ਕਿ ਮੈਂ ਕੀ ਪੁੱਛਾਂ। ਹਾਂ, ਤੇ ਦੂਸਰਾ ਮੈਨੂੰ ਪਤਾ ਹੀ ਆ, ਮਤਲਬ ਮੇਰੇ ਤੋਂ ਵੱਡੀ ਸਿਆਣਪ ਕਿਸੇ ਦੀ ਹੈ ਹੀ। ਕਿਉਂਕਿ ਇਹ ਜਿਹੜੇ ਮੈਂ ਕਥਾ ਸੁਣ ਰਿਹਾ ਸੀ ਪਰਸੋਂ ਭਾਈ ਕੁਲਵੰਤ ਸਿੰਘ ਜੀ ਦੀ, ਉਹ ਕਹਿੰਦੇ ਵੀ ਕੋਈ ਵੀ ਸਾਡੇ ਦੁੱਖ ਦੀ ਆਰੰਭਤਾ ਨਾ ਜਿਹੜੀ, ਉਹ ਸਾਡੇ ਆਪਣੇ ਹੰਕਾਰ ਤੋਂ ਹੋਣੀ ਹੈ। ਸਾਡੀ ਆਪਣੀ ਵੱਡੀ ਸੋਚ ਦੀ ਅੜੀ ਆ ਨਾ ਜਿਹੜੀ, ਵੀ ਮੇਰੇ ਜਿੰਨੀ ਅਕਲ ਕਿਸੇ ਚ ਨਹੀਂ, ਉੱਥੋਂ ਹੋਣੀ ਹੈ, ਮੰਨੋ ਭਾਵੇਂ ਨਾ, ਹਨਾ। ਕਿਤੇ ਨਾ ਕਿਤੇ ਹਰ ਵਿਅਕਤੀ ਆਪਣੇ ਦੁੱਖਾਂ ਨੂੰ ਫਰੋਲ ਕੇ, ਪਰਚੋਲ ਕੇ ਦੇਖ ਲਏ ਵੀ ਕਿੱਥੋਂ ਕਿੱਦਾਂ ਸ਼ੁਰੂਆਤ ਹੋਈ ਸੀ ਤੇ ਜਾਂ ਜਿਹੜੇ ਅੱਜ ਵੀ ਜਾਣੀ ਕਿ ਦੁੱਖ ਚੱਲ ਰਹੇ ਨੇ, ਵੱਡੇ ਵੱਡੇ ਹੋ ਰਹੇ ਨੇ, ਇਹਦੇ ਵਿੱਚ ਬਹੁਤਾ ਵੱਡਾ ਜਿਹੜਾ ਯੋਗਦਾਨ, ਕੰਟਰੀਬਿਊਸ਼ਨ ਆ, ਉਹ ਹਰ ਵਿਅਕਤੀ ਦੇ ਆਪਣੇ ਹੰਕਾਰ ਦਾ ਆ, ਆਪਣੀ ਅੜੀ ਦਾ ਆ, ਆਪਣੀ ਜ਼ਿੱਦ ਦਾ ਆ। ਜਿੱਦਾਂ ਕਿ ਪੰਜਾਬੀ ਦੇ ਵਿੱਚ ਤਾਂ ਕਹਾਵਤ ਵੀ ਆ ਵੀ ਜ਼ਿੱਦ ਨਾਲ ਮਸਲੇ ਵਿਗੜ ਜਾਂਦੇ ਨੇ। ਹੁਣ ਮੈਂ ਕਈ ਕੇਸ ਅਦਾਲਤਾਂ 'ਚ ਚੱਲਦੇ ਦੇਖਦਾ ਨਾ ਅਰਸ਼, ਉਹਨਾਂ ਨੇ ਜਾਣੀ ਭਾਵੇਂ ਕਿ ਕੋਈ ਗੱਲ ਨਹੀਂ ਹੈਗੀ ਲੜਨ ਵਾਲੀ, ਕੋਈ ਗੱਲ ਨਹੀਂ ਹੈਗੀ ਵੀ ਤੁਸੀਂ ਐਵੇਂ ਕਲੇਸ਼ ਪਾਈ ਰੱਖੋ, ਗਿੱਲਾ ਪੀਣ ਮੁਕੱਦਮਿਆਂ ਦਾ, ਪਰ ਉਹਨਾਂ ਨੇ ਜਾਣੀ ਕਿ ਇੱਕ ਦੂਜੇ ਨੂੰ ਖਰਾਬ ਕਰਨ ਲਈ ਅੜੀ ਦੇ ਵਿੱਚ ਹੀ ਜਾਣੀ ਕੇਸ ਲੰਬਾ ਕਰੀ ਜੋ, ਉੱਦਾਂ ਹੀ ਐਵੇਂ ਬਿਨਾਂ ਗੱਲ ਤੋਂ ਵਕੀਲਾਂ ਨੂੰ ਡਾਲਰ ਜਿਹੜੇ ਉਹ ਚੱਕ ਲਿਖ ਕੇ ਦੇਈ ਜਾ ਰਹੇ ਆ ਤੇ ਕੇਸ ਤੁਰਿਆ ਜਾ ਰਿਹਾ ਤੇ ਨੁਕਸਾਨ ਹੋਈ ਜਾ ਰਿਹਾ, ਹਨਾ। ਉਹ ਪ੍ਰਾਪਰਟੀਆਂ ਦੇ ਅੱਧੇ ਪਚੱਧੇ ਜਿਹੜੇ ਵੰਡ ਤੋਂ ਝਗੜਾ ਕਰੀ ਜਾਂਦੇ ਲੋਕ 2-2, 2.5, 3-3 ਸਾਲ ਜਾਣੀ ਕਿ, ਤੇ ਉਹ ਅੱਧੇ ਪਚੱਧੇ ਤੇ ਵਕੀਲਾਂ ਦੀ ਫੀਸ ਹੀ ਪੂਰੇ ਹੋ ਜਾਂਦੇ ਪਰ, ਹਨਾ ਜੀ। ਸੋ ਲੇਕਿਨ ਕਿ ਵੀ ਇਹ ਜਿਹੜੀਆਂ ਅੜੀਆਂ ਆ, ਜਾਣੀ ਜ਼ਿੱਦਾਂ ਆ, ਜਿਹੜੇ ਹੰਕਾਰ ਆ ਸਾਡੇ ਫੋਕੇ,
ਉਹਦੇ ਵਿੱਚ ਫਿਰ ਜਾਣੀ ਇਹ ਹੈਲਪ ਅਸੀਂ ਜਦੋਂ ਲੈਣਾ ਹੀ ਨਹੀਂ ਚਾਹੁੰਦੇ, ਜਾਂ ਕਈ ਵਾਰੀ ਜਾਣੀ ਅਸੀਂ ਚਾਹੁੰਦੇ ਹਾਂ ਵੀ ਜਗ੍ਹਾ ਤਾਂ ਕੈਨੇਡਾ ਹੋਵੇ ਰਹਿਣ ਵਾਸਤੇ, ਪਰ ਸਾਡੇ ਜਿਹੜੇ ਖਿਆਲਾਂ ਦਾ ਸੰਸਾਰ ਆ ਉਹ ਅਸੀਂ ਪੰਜਾਬ ਵਰਗਾ ਸਿਰਜੀਏ ਜੀ। ਹੁਣ ਪੰਜਾਬ ਵਰਗੇ ਖਿਆਲਾਂ ਦੇ ਸੰਸਾਰ ਦੇ ਵਿੱਚ ਹੈਲਪ ਲੈਣਾ ਤੇ ਹੈ ਹੀ ਨਹੀਂ ਆ। ਉੱਥੇ ਕਿਤੇ ਹੈਲਪ ਆ ਜਿਹੜੀ ਆਪਾਂ ਲੈ ਕੇ, ਉੱਥੇ ਤੇ ਆਪਾਂ ਰਹਿ ਰਹੇ ਹਾਂ, ਬੜੇ ਸੋਹਣੇ ਖਾ ਪੀ ਰਹੇ ਹਾਂ, ਸੌਂ ਰਹੇ ਹਾਂ, ਜ਼ਿੰਦਗੀ ਮਰਜ਼ੀ ਨਾਲ ਗੱਡੀਆਂ ਭਜਾ ਛੱਡੀਆਂ ਤੇ ਸਭ ਕੁਝ ਠੀਕ ਠਾਕ ਆ। ਸੋ ਮਤਲਬ ਇੱਕ ਆਪਣੇ ਹੰਕਾਰ ਦੇ ਸੰਸਾਰ ਦੇ ਵਿੱਚ ਵਿਅਕਤੀ ਫਿਰ ਰਿਹਾ, ਉਹਨੇ ਫਿਜ਼ੀਕਲੀ ਧਰਤੀ ਦਾ ਹਿੱਸਾ ਭਾਵੇਂ ਉਹਦੇ ਲਈ ਇੱਕ ਦੇਸ਼ ਨਵਾਂ ਬਦਲ ਗਿਆ, ਪਰ ਦਿਮਾਗਾਂ ਦੇ ਵਿੱਚ ਅਕਸਰ ਜਿਹੜਾ ਕੂੜ ਕਬੜਾ ਉਹੀ ਅਸੀਂ ਹੰਕਾਰਾਂ ਦਾ ਲੈ ਕੇ ਚੱਲਦੇ ਹਾਂ ਤੇ ਕੱਪੜੇ ਤਨ ਤੇ ਨਵੇਂ ਪਾ ਕੇ ਅਟੈਚੀਆਂ ਸਮਾਨ ਭਰ ਕੇ ਨਵਾਂ ਤੁਰਦੇ ਹਾਂ ਜੀ, ਪਰ ਦਿਮਾਗ ਦੇ ਵਿੱਚ ਉਹੀ ਪੁਰਾਣਾ ਬਿਹਾ ਜਿਹੜਾ ਖਿਆਲਾਂ ਦਾ ਪਲਾਓ ਆ ਉਹ ਜਦੋਂ ਚੱਲੀ ਤੁਰਿਆ ਜਾ ਰਿਹਾ ਤੇ ਸਾਨੂੰ ਇੱਥੇ ਆ ਕੇ ਵੀ ਸਾਡਾ ਸਵਰਗ ਨਹੀਂ ਫਿਰ ਸਿਰਜਣ ਦਿੰਦਾ ਨਾ, ਜਿਹਦੇ ਕਰਕੇ ਸਾਡੀਆਂ ਜਿਹੜੀਆਂ ਮੁਸ਼ਕਲਾਂ ਆ ਜਾਣੀ ਉਹ ਗਾਂਹ ਤੋਂ ਗਾਂਹ ਜਾਰੀ ਰਹਿੰਦੀਆਂ। ਸੋ ਇਸ ਕਰਕੇ ਹੈਲਪ ਉਹਨੂੰ ਮਿਲ ਸਕਦੀ ਆ ਜਿਹਨੇ ਲੈਣੀ ਹੋਵੇ। ਤੁਸੀਂ ਇੱਥੇ ਕੋਈ ਅਰੇਂਜਮੈਂਟ ਕਰਕੇ ਦੇਖ ਲਓ। ਤੇ ਅਸੀਂ ਵੀ ਨਵੇਂ ਆਏ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਕੋਈ ਐਜੂਕੇਸ਼ਨ ਦੇਣਾ ਚਾਹੁੰਦੇ, ਉਹਨਾਂ ਨੂੰ ਸਮਝਾਉਣਾ ਚਾਹੁੰਦੇ ਤਰਜ਼ੇ ਜ਼ਿੰਦਗੀ, ਦੇਖਿਓ ਉਹਦੇ ਵਿੱਚ ਕਿੰਨੇ ਲੋਕ ਆਉਂਦੇ ਆ, 10 ਹੋਣਗੇ 20 ਹੋਣਗੇ, ਹੈ ਤਾਂ ਇੱਥੇ ਆਲੇ ਦੁਆਲੇ ਦੇ ਵਿੱਚ 2-2.5 ਲੱਖ ਆ। ਤੇ ਕੀ ਗੱਲ ਉਹਨਾਂ ਸਾਰਿਆਂ ਨੂੰ ਸਭ ਕੁਛ ਪਤਾ ਹੀ ਆ? ਸਾਰੇ ਹਨਾ, ਤੁਸੀਂ ਔਰੰਜਵਿਲ ਕੋਰਟ ਚੱਲ ਜਾਓ, ਕਿਤੇ ਬਰੈਂਪਟਨ ਕੋਰਟ ਚੱਲ ਜਾਓ, ਇੱਥੇ ਟੋਰਾਂਟੋ ਦੀ ਕਿਸੇ ਕੋਰਟ ਵਿੱਚ ਚੱਲ ਜਾਓ, ਪਤਾ ਲੱਗ ਜਾਂਦਾ ਉੱਥੇ ਵੀ ਇਹਨਾਂ ਨੂੰ ਕਿੰਨਾ ਕੁ ਪਤਾ ਹੈ ਨਾ। ਆਪਾਂ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ, ਪਰ ਇਹ ਸੱਚ ਹੈ ਕਿ ਜਦੋਂ ਅਸੀਂ ਕਿਸੇ ਨਵੀਂ ਧਰਤੀ ਤੇ ਨਵੀਂ ਜਗ੍ਹਾ ਤੇ ਚਾਹੁੰਦੇ ਆ ਤੇ ਸਾਨੂੰ ਹੈਲਪ ਦੀ ਲੋੜ ਪੈਂਦੀ ਆ 100%। ਬਹੁਤ ਕੁਝ ਪਤਾ ਹੋਣ ਦੇ ਬਾਵਜੂਦ ਵੀ ਸਾਨੂੰ ਕੁਝ ਨਹੀਂ ਪਤਾ ਹੁੰਦਾ। ਜੌਲ ਸਾਹਿਬ, ਜਦੋਂ ਆਪਾਂ ਵਕੇਸ਼ਨ 'ਚ ਵੀ ਜਾਂਦੇ ਆ, ਕਿਤੇ ਵੀ ਕੋਈ ਨਵੀਂ ਕੰਟਰੀ ਤੇ ਜਾਂਦੇ ਆ, ਸਾਨੂੰ ਨਹੀਂ ਪਤਾ ਹੁੰਦਾ, ਅਸੀਂ ਹੈਲਪ ਮੰਗਦੇ ਆ ਕਿ ਸਾਨੂੰ ਗਾਈਡ ਕਰੋ ਕਿ ਕਿੱਥੇ ਈਸਟ ਹੈ, ਕਿੱਥੇ ਵੈਸਟ ਹੈ, ਕਿੱਥੇ ਜਾਣਾ, ਕੀ ਇੱਥੇ ਵਧੀਆ। ਆਪਾਂ ਜ਼ਰੂਰ ਵੀ ਆਸਕ ਫॉर ਹੈਲਪ, ਇਹ 'ਚ ਕੋਈ ਸ਼ਰਮ ਵਾਲੀ ਗੱਲ ਹੀ ਨਹੀਂ ਹੈ। ਇੱਕ ਨਾ ਇਹ ਚਲੋ ਕੈਨੇਡਾ ਤੋਂ ਬਹੁਤ ਦੂਰ ਦੀ ਗੱਲ ਹੈ, ਤੁਸੀਂ ਪੰਜਾਬ ਤੋਂ ਉੱਠ ਕੇ ਉੱਥੇ ਕੰਨਿਆ ਕੁਮਾਰੀ ਅਸੀਂ ਗਏ, ਉਧਰ ਪਟਨਾ, ਹੋਰ ਸਾਰੇ, ਤੇ ਉੱਥੇ ਜਾ ਕੇ ਬੜਾ ਜਾਣੀ ਤੁਹਾਨੂੰ ਅਜੀਬੋ ਗਰੀਬ ਲੱਗਦਾ ਵੀ ਮੈਂ ਕਿਸੇ ਨਵੀਂ ਧਰਤੀ ਤੇ ਆ ਗਿਆ, ਨਵੇਂ ਦੇਸ਼ 'ਚ ਆ ਗਿਆ, ਕਿਉਂਕਿ ਉੱਥੇ ਲੋਕਾਂ ਦਾ ਜਾਣੀ ਸਾਰਾ ਜੀਵਨ ਚਾਲ ਹੀ ਵੱਖਰੀ ਆ, ਭਾਸ਼ਾ ਵੀ ਵੱਖਰੀ ਆ। ਇੱਕ ਮੈਂ ਆਦਮੀ ਨੂੰ ਜਾਣਦਾ ਜਿਹੜਾ ਕਿ ਨਾ ਪੰਜਾਬ ਤੋਂ ਅੱਕ ਕੇ ਤੇ ਉਹਨੇ ਹਰਿਆਣੇ ਚਲਾ ਗਿਆ। ਅੱਛਾ। ਉਹ ਨਾ 2-2.5 ਸਾਲਾਂ ਬਾਅਦ ਮੋੜ ਆਇਆ। ਪਹਿਲਾਂ ਸੀਗਾ ਵੀ ਮੈਂ ਪੱਕਾ ਹੀ ਚੱਲ ਗਿਆ ਹਰਿਆਣੇ। ਮੈਂ ਕਿਹਾ ਤੂੰ ਮੋੜ ਆਇਆ? ਕਹਿੰਦਾ ਵੀ ਨਹੀਂ ਜੀ, ਪੰਜਾਬ ਵਰਗੀ ਗੱਲ ਨਹੀਂ, ਉਹ ਤਾਂ ਲੋਕ ਹਰਿਆਣੇ ਦੇ ਤੁਹਾਨੂੰ ਉੱਥੇ ਟਿਕਣ ਹੀ ਨਹੀਂ ਦਿੰਦੇ, ਜਦੋਂ ਉਹਨਾਂ ਨੂੰ ਪਤਾ ਲੱਗਦਾ ਤੁਸੀਂ ਇੱਥੇ ਪੱਕੇ ਰਹਿਣਾ ਹੀ। ਪੰਜਾਬ ਤੇ ਹਰਿਆਣਾ ਹੈ ਇੱਕੋ ਹੀ, ਕਿੰਨਾ ਕੁ ਡਿਫਰੈਂਸ। ਇਹ ਤਾਂ ਹੁਣ ਕੈਨੇਡਾ ਆ, ਇੱਥੇ ਤਾਂ ਉਹ ਹਰਿਆਣੇ ਵਾਲੀਆਂ ਜਾਂ ਕਹਿ ਲਓ ਵੀ ਮੁਸ਼ਕਿਲਾਂ ਹੈ ਨਹੀਂ ਨਾ ਵੀ ਤੁਹਾਨੂੰ ਉੱਥੇ ਕੋਈ ਤੁਹਾਡੇ ਰੰਗ ਜਾਂ ਤੁਹਾਡੀ ਜਾਤ ਕਰਕੇ ਕਹੂਗਾ ਵੀ ਤੂੰ ਮਾੜਾ ਬੰਦਾ ਆ, ਉਹ ਚੀਜ਼ਾਂ ਤਾਂ ਇੱਥੇ ਹੈ ਨਹੀਂ। ਇੱਥੇ ਆ ਕੇ ਅਸੀਂ ਵਿਤਕਰਿਆਂ ਦੀਆਂ ਸ਼ਿਕਾਇਤਾਂ ਕਰਦੇ ਹਾਂ, ਪਰ ਖੁਦ ਉੱਥੇ ਜਾਤਾਂ ਧਰਮਾਂ ਦੀਆਂ ਵੰਡੀਆਂ ਕਰਕੇ ਇੱਕ ਦੂਜੇ ਨਾਲ ਕਿੱਡੇ ਕਿੱਡੇ ਵਿਤਕਰੇ ਅਸੀਂ ਆਪੇ ਹੀ ਕਰੀ ਜਾਂਦੇ ਹਾਂ ਤੇ ਉਹਨੂੰ ਅਸੀਂ ਰੀਅਲਾਈਜ਼ ਵੀ ਨਹੀਂ ਕਰਦੇ ਕਿ ਹਾਂਜੀ ਵਿਤਕਰੇ ਵਾਲੀਆਂ ਅਸੀਂ ਕੌਮਾਂ ਹੈਗੀਆਂ। ਆਪਣੇ ਟੱਬਰਾਂ ਦੇ ਵਿੱਚ ਹੀ ਅਸੀਂ ਮੁੰਡੇ ਕੁੜੀਆਂ 'ਚ ਕਿੱਡੇ ਵੱਡੇ ਵਿਤਕਰੇ ਕਰਦੇ ਹਾਂ, ਰੈਕੋਗਨਾਈਜ਼ ਨਹੀਂ ਕਰਦੇ ਕਿ ਹਾਂ ਅਸੀਂ ਵਿਤਕਰੇ ਕਰਨ ਵਾਲੀ ਕੌਮ ਆ, ਨਹੀਂ ਮੰਨਦੇ। ਇਹ ਸੱਚਾਈ ਆ, ਸਾਡੇ ਸਮਾਜ ਦੀ ਸੱਚਾਈ ਆ, ਪਰ ਮੰਨਦਾ ਕੌਣ ਹੈ ਜੀ? ਇਹਦੇ ਬਾਰੇ ਕਹਿੰਦੇ ਗੱਲ ਹੀ ਨਾ ਕਰੋ। 905-813-1320 ਲੈਂਦੇ। ਪਹਿਲੀ ਕਾਲ ਆਨ ਦੀ ਐਅਰ ਜੀ। ਹੈਲੋ ਸਤਿ ਸ਼੍ਰੀ ਅਕਾਲ। ਜੀ ਵੀਰੇ। ਸੀਤਲ ਸਿੰਘ ਤਾਜਪੁਰ ਬੋਲਦਾ ਜੀ। ਸੀਤਲ ਸਿੰਘ ਜੀ, ਕੀ ਹਾਲ ਹੈ? ਠੀਕ ਠਾਕ, ਬਹੁਤ ਵਧੀਆ। ਜਿਹੜਾ ਵਿਸ਼ਾ ਲੈ ਕੇ ਆਇਆ ਲੈ ਕੇ ਤਾਂ ਬਹੁਤ ਵਧੀਆ, ਪਰ ਮੈਂ ਤਾਂ ਇਹ ਗੱਲ ਸੋਚਦਾ ਵੀ ਇਹ ਬਣੂਗਾ ਕੀ? ਇਹ ਤਾਂ ਤੁਹਾਨੂੰ ਬਹੁਤ ਆਵਾਜ਼ ਬੁਲੰਦ ਕਰਨੀ ਪੈਣੀ ਆ, ਦਿਨ ਰਾਤ ਕਰਨੀ ਪੈਣੀ ਆ। ਇਹ ਤਾਂ ਪਤਾ ਨੀ ਜੇ ਮੈਂ ਕਹਾਂ ਕਰਦੇ ਆ ਜਾਂ ਕਰਦੀਆਂ, ਇਹ ਸੇਮ ਹੀ ਗੱਲ ਆ ਜੀ, ਬਰਾਬਰ ਹੀ ਆ। ਜੇ ਆਪਾਂ ਕਰਦੇ ਕਹਿ ਦਈਏ ਨਾ, ਉਹਦੇ ਵਿੱਚ ਨਹੀਂ ਉਨੀ ਫਰਕ ਕਰਦੀਆਂ ਵੀ ਆ, ਨਾਲ ਕਰਦੇ ਵੀ ਸੇਮ ਜਿਹਾ ਹੀ ਕਲਚਰ ਖਰਾਬ ਕਰ ਰਹੇ ਜੀ। ਇੱਕ ਚੱਪਲਾਂ ਪਾ ਕੇ ਜਾਂ ਪਰਨੇ ਜੇ ਬੰਨ ਕੇ ਬੰਦਾ ਪਤਾ ਨਹੀਂ, ਮੈਂ ਸਮਝ ਰਿਹਾ ਵੀ ਕੀ ਬਣ ਰਿਹਾ, ਕੋਈ ਸਮਝ ਨਹੀਂ। ਚਲੋ ਅਸੀਂ ਪਰਸਨਲ ਅਪੀਅਰੈਂਸ ਤੇ ਤਾਂ ਕੋਈ ਕਮੈਂਟ ਨਹੀਂ ਕਰ ਸਕਦੇ, ਉਹਨਾਂ ਦੀ ਇੱਛਾ ਹੈ ਜੀ, ਜੋ ਮਰਜ਼ੀ ਪਾਉਣ, ਦੈਟਸ ਅਪ ਟੂ them। ਬਟ ਹਰਸ਼ ਤੁਸੀਂ ਵੀ ਬਾਹਰ ਨਿਕਲਦੇ ਆ ਜੀ, ਜਰਾਬ ਬੂਟ ਪਾ ਕੇ ਪੈਂਟ ਪਾ ਕੇ ਨਿਕਲਦੇ ਆ ਯਾਰ ਜੀ। ਠੀਕ ਆ, ਪਜਾਮਾ ਪਾ ਕੇ ਕੁੜਤਾ ਪਜਾਮਾ ਸਿਆਣੇ ਬੰਦੇ ਪਾ ਕੇ ਨਿਕਲਦੇ। ਜੇ ਆਪਾਂ ਬਹੁਤਾ ਵੀ ਮਤਲਬ ਠੀਕ ਹੀ ਨਹੀਂ ਇਹ ਹੈਗਾ ਕਲਚਰ ਜਿਵੇਂ ਹੋ ਰਿਹਾ, ਉੱਚੀ ਉੱਚੀ ਗਾਣੇ ਲਾ ਲੈਣੇ। ਜੇ ਕਿਸੇ ਨੇ ਗਾਣੇ ਸੁਣਨੇ ਆ ਤਾਂ ਅਸੀਂ ਘਰ ਵੀ ਸੁਣ ਸਕਦੇ ਹਾਂ ਆਪਦੇ ਜੀ। ਚਲੋ ਉਹਨਾਂ ਦੀ ਪਰਸਨਲ, ਆਪਾਂ ਤਾਂ ਗੱਲ ਕਰ ਰਹੇ ਕਿ ਮੈਂਟਲੀ ਗੱਲ ਕਰ ਰਹੇ ਕਿ ਜਦੋਂ ਬੱਚਿਆਂ ਨੂੰ ਇਸ ਟਾਈਮ ਤੱਕ ਜੋ ਐਂਡ ਵਾਲਾ ਟਾਈਮ ਜੋ ਮੈਂ ਨਹੀਂ ਕੁਝ ਕਰ ਸਕਦਾ, ਮੈਂ ਸੁਸਾਈਡ ਕਰ ਰਿਹਾ, ਪਰ ਉਹਦੀ ਗੱਲ ਕਰ ਰਹੇ ਕਿ ਉਹਦੇ ਵਿੱਚ ਵੀ ਇੱਕ ਰਸਤਾ ਹੈਗਾ ਹੈ, ਇੱਕ ਯੂ ਟਰਨ ਮਾਰ ਸਕਦੇ ਨੇ, ਇੱਕ ਜ਼ਿੰਦਗੀ ਦੂਸਰਾ ਮੌਕਾ ਜ਼ਰੂਰ ਦਿੰਦੀ ਹੈ। ਜੀ। ਇੱਥੇ ਆਪਾਂ 8 ਘੰਟੇ ਕੰਮ ਕਰੀਏ, ਰੋਟੀ ਖਾਣ ਨੂੰ ਬੜਾ ਵਧੀਆ ਮਿਲਦਾ ਜੀ, ਕੋਈ ਗੱਲ ਨਹੀਂ। ਬਿਲਕੁਲ।
ਜੀ ਥੈਂਕ ਯੂ। ਮੈਂ ਕਹਿੰਦਾ 10 ਡਾਲਰ ਵੀ ਕੋਈ ਦੇਈ ਜਾਵੇ ਤਾਂ ਵੀ ਕੋਈ ਖਾਸ ਗੱਲ ਨਹੀਂ, ਤਾਂ ਵੀ ਰੋਟੀ ਬੰਦਾ ਵਧੀਆ ਖਾ ਸਕਦਾ ਜੀ। ਥੈਂਕ ਯੂ ਵੀਰੇ, ਥੈਂਕ ਯੂ ਸੋ ਮਚ ਤੁਹਾਡੇ ਵਿਚਾਰ ਵਾਸਤੇ ਜੀ, ਥੈਂਕ ਯੂ ਸੋ ਮਚ ਜੀ। ਜੋਲ ਸਾਹਿਬ ਆਪਾਂ ਗੱਲ ਅਪੀਅਰੈਂਸਿਸ ਤੇ ਨਹੀਂ, ਆਪਾਂ ਜੋ ਮੈਂਟਲ ਹੈਲਥ ਇੱਕ ਬੱਚੇ ਦਾ ਹੁੰਦਾ ਜਦੋਂ ਉਹ ਇੱਥੋਂ ਕੈਨੇਡਾ ਇੰਡੀਆ ਤੋਂ ਇੱਥੇ ਆਉਂਦਾ, ਆਪਾਂ ਉਹਦੀ ਗੱਲ ਕਰੇ ਕਿ ਕੀ ਮਜਬੂਰੀ ਹੋਗੀ ਐਂਡ ਤੱਕ ਆ ਡਿਸੀਜਨਸ ਲੈਣ ਲਈ। ਸੋ ਵੀ ਆਰ ਜਸਟ ਟਾਕਿੰਗ ਅਬਾਊਟ ਦੈਟ ਪਾਰਟ ਕਿ ਉਹਦਾ ਯੂ ਟਰਨ ਵੀ ਹੱਲ ਹੈਗਾ ਆ। ਯਾ ਦੇਖੋ ਵੀ ਇਹ ਹੈਲਪ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਵੀ ਹਰ ਇੱਕ ਤਰ੍ਹਾਂ ਦੀ ਮੌਜੂਦ ਹੈ, ਪਰ ਉਹ ਉੱਥੋਂ ਤੱਕ ਗੱਲ ਪਹੁੰਚਦੀ ਤਾਂ ਤਦ ਸੀ ਵੀ ਉਹ ਆਪਣੀ ਕਿਸ ਤਰ੍ਹਾਂ ਹੁਣ ਬੇਜ਼ਾਰ ਹੋਇਆ ਤੇ ਉਹਦੇ ਨਾਲ ਹੀ ਚੱਲ ਗਈਆਂ ਗੱਲਾਂ। ਪਰ ਇਹ ਜਥੇਦਾਰ ਸਾਹਿਬ ਤਾਜਪੁਰ ਜੀ ਨੇ ਬੜੀ ਕਮਾਲ ਦੀ ਗੱਲ ਜਿਹੜੀ ਕੀਤੀ ਨਾ, ਉਹਦੇ ਵਿੱਚ ਅੱਜ ਕੱਲ੍ਹ ਪੀਲ ਪੁਲਿਸ ਵੀ ਬੜੀ ਮਗਰ ਪਈ ਹੋਈ ਹੈ, ਯਾਨੀ ਕਿ ਪਹਿਲਾਂ ਨਹੀਂ ਸੀ। 20 ਸਾਲ ਪਹਿਲਾਂ ਏਦਾਂ ਨਹੀਂ ਸੀਗਾ, ਡੈਡ ਨੂੰ ਪੁੱਛ ਕੇ ਦੇਖ ਲੈਣਾ ਵੀ ਇਹ ਜਿਹੜੇ ਗੱਡੀਆਂ ਦੇ ਸਲੈਂਸਰ ਬਦਲ ਉਹ ਤਾਂ 100% ਹਾਂਜੀ ਉਹ ਤਾਂ ਹੈਗਾ। ਇਹ ਉਹਦਾ ਪਰਸਨਲ ਮੈਟਰ ਨਹੀਂ ਹੈ। ਜਿਹੜਾ ਬੰਦਾ ਸਮਾਜ ਦੇ ਵਿੱਚ ਸੜਕਾਂ ਤੇ ਗੱਡੀ ਦੀਆਂ ਆਵਾਜ਼ਾਂ ਹੋਰ ਲੋਕਾਂ ਨੂੰ ਡਿਸਟਰਬ ਕਰ ਰਿਹਾ, ਇਹ ਉਹਦਾ ਪਰਸਨਲ ਮੈਟਰ ਨਹੀਂ ਹੈ। ਉਹ ਤਾਂ ਬਿਲਕੁਲ ਰੋਂਗ ਹੈ। ਦੈਟ ਇਜ਼ 100% ਐਗਰੀ। ਮੈਂ ਪਰਸਨਲ ਅਪੀਅਰੈਂਸ ਦੀ ਗੱਲ ਕਰ, ਚੱਪਲਾਂ ਦੀ, ਪਜਾਮਿਆਂ ਦੀ, ਜੋ ਮਰਜ਼ੀ ਪਾਓ, ਸਾਡੇ ਤੇ ਕੋਈ ਲੈਣਾ ਦੇਣਾ ਨਹੀਂ ਹੈ। ਵੀ ਡੂ ਨਾਟ ਕੇਅਰ, ਤਾਂ ਤੁਹਾਡੀ ਪਰਸਨਲ ਚੋਇਸ ਹੈ। ਹਾਂ, ਆ ਗੱਡੀ ਦੀ ਗੱਲ ਕਰ ਰਹੇ ਹੋ, ਯੈਸ ਜੋਲ ਸਾਹਿਬ, ਆਈ ਐਗਰੀ ਵਿਦ ਯੂ 100%। ਕਿਉਂਕਿ ਜਿਹੜਾ ਇਹ ਗੱਡੀਆਂ ਦੇ ਵਿੱਚ ਇਹ ਸਲੈਂਸਰ ਬਦਲ ਕੇ ਆਵਾਜ਼ਾਂ ਕੱਢਣੀਆਂ, ਉਹ ਵੀ ਨਹੀਂ ਉਹਦਾ ਪਰਸਨਲ ਮੈਟਰ। ਤੇ ਸ਼ੀਸ਼ੇ ਖੋਲ ਕੇ ਉੱਚੀ ਆਵਾਜ਼ਾਂ ਦੇ ਵਿੱਚ ਸੁਣਦੇ ਜਾਣਾ ਆਪਣੇ ਸਟੀਰੀਓ, ਉਹ ਵੀ ਨਹੀਂ ਉਹਦਾ ਪਰਸਨਲ 100%। ਤਾਂ ਹੀ ਤਾਂ ਸ਼ੀਸ਼ੇ ਲੱਗੇ ਆ। ਹੋਰ ਲੋਕਾਂ ਨੂੰ ਤੁਸੀਂ ਡਿਸਟਰਬ ਕਰ ਰਹੇ ਹੋ। ਤੁਸੀਂ ਆਪਣਾ ਮਿਊਜ਼ਿਕ ਆਪ ਸੁਣੋ, ਤੁਸੀਂ ਹੋਰਨਾਂ ਨੂੰ ਸੁਣਾ ਕੇ ਕਿਉਂ ਜ਼ਬਰਦਸਤੀ ਆਪਣਾ ਮਿਊਜ਼ਿਕ, ਹੋ ਸਕਦਾ ਉਹਨਾਂ ਨੇ ਨਾ ਹੀ ਸੁਣਨਾ ਹੋਵੇ। ਬਿਲਕੁਲ ਜੀ। ਇਹਦੇ ਪਿੱਛੇ ਹੁਣ ਪੀਲ ਪੁਲਿਸ ਜਿਹੜੀ ਉਹ ਕੰਟੀਨਿਊਸਲੀ ਆਪਣੀ ਕੰਪਲੇਂਟ ਚਲਾ ਕੇ ਰੱਖਦੀ ਆ। ਨੋਇਜ਼ ਕੰਪਲੇਂਟ ਅਗਰ ਬਰੈਂਪਟਨ ਦੇ ਵਿੱਚ ਵੀ ਕੋਈ ਕਾਬੂ ਆਵੇ ਤਾਂ ਸਹੀ ਸੜਕ। ਸੋ ਇਸ ਕਰਕੇ ਪੰਜਾਬੀ ਦੇ ਵਿੱਚ ਪਹਿਲਾਂ ਕਹਿੰਦੇ ਹੁੰਦੇ ਸੀਗੇ, ਜਿਹੜੀ ਤਾਜਪੁਰ ਸਾਹਿਬ ਵੀ ਗੱਲ ਕਰਕੇ ਗਏ ਨਾ, ਵੀ ਇਹ ਖਾਈਏ ਕਹਿੰਦੇ ਹੁੰਦੇ ਸੀ ਮਨ ਪਾਉਂਦਾ ਤੇ ਪਹਿਨੀਏ ਜੱਗ ਪਾਉਂਦਾ। ਇਹ ਪੰਜਾਬੀ ਦੇ ਵਿੱਚ ਕਹਾਵਤ ਹੁੰਦੀ ਸੀ। ਪਰ ਹੁਣ ਅੱਜ ਦਾ ਕੀ ਸੰਸਾਰ ਆ, ਅਸੀਂ ਖਾਈਏ ਮਨ ਪਾਉਂਦਾ ਤੇ ਅਸੀਂ ਪਹਿਨੀਏ ਵੀ ਮਨ ਪਾਉਂਦਾ। ਜੱਗ ਸੜੇ ਤਾਂ ਸੜੇ ਹਨਾ। ਬਿਲਕੁਲ ਜੀ। ਤੋ ਉਹ ਚੱਪਲਾਂ ਦੀ ਜਿਹੜੀ ਗੱਲ ਆ ਨਾ, ਤੇ ਵੀ ਜੇ ਹੁਣ ਉੱਪਰੋਂ ਤੋਂ ਪੈਰੀ ਬਰਫ਼, ਇੱਥੇ ਕਈ ਵਾਰੀ ਭੈਣ ਭਰਾਵਾਂ ਦੇ ਅਸੀਂ ਦੇਖਦੇ ਹਾਂ ਜੋ ਸਕੂਲੋਂ ਬੱਚੇ ਲੈਣ ਜਾਣਾ ਨਾ, ਉੱਧਰ ਬਰਫ਼ ਪੈ ਰਹੀ ਆ, ਉੱਤੇ ਕੋਟ ਪਾਇਆ ਹੋਇਆ, ਪੈਰਾਂ 'ਚ ਕੈਂਚੀ ਚੱਪਲ ਪਾਈ ਹਨਾ। ਚਲੋ ਇਹ ਤਾਂ ਹੁਣ ਉਹਨਾਂ ਦੀ ਮਨ ਦੀ ਪਸੰਦ ਹੈ ਨਾ, ਵੀ ਜਦੋਂ that's their choice ਜੋਲ ਸਾਹਿਬ, that's their personal ਚੋਇਸ ਤਾਂ ਠੀਕ ਆ, ਸਤਿਕਾਰ ਆ, ਉਹਨਾਂ ਨੂੰ ਕੌਣ ਰੋਕ ਸਕਦਾ। ਜਦੋਂ ਹੱਡ ਠਰ ਕੇ ਉਹਨਾਂ ਨੇ ਪੈਣਾ ਮੰਜੇ 'ਚ ਗਾਂ ਹਫ਼ਤੇ 2 ਦਿਨਾਂ ਲਈ ਠੰਡ ਲਵਾ ਕੇ, ਉਹ ਵੀ ਤੇ ਫਿਰ ਉਹਨਾਂ ਨੇ ਚੱਲਣਾ, ਸਾਨੂੰ ਕੀ ਲੱਗੇ। ਪਰ ਗੱਲ ਤੇ ਆ ਵੀ ਜੇ ਮਤਲਬ ਹੁਣ ਆਪਾਂ ਦੇਖੀਏ ਵੀ ਜਿਸ ਤਰ੍ਹਾਂ ਦਾ ਮੌਸਮ ਦੇ ਲਿਹਾਜ਼ ਨਾਲ ਬਾਹਰ ਨਿਕਲੀਏ ਤੇ ਉਹ ਉਹਨਾਂ ਦੇ ਜਿਸਮ ਨੂੰ ਨਹੀਂ ਸੇਕ ਲੱਗੂਗਾ ਤੇ ਬਚਾਅ ਤੇ ਉਹਨਾਂ ਦਾ ਰਹੂਗਾ ਨਾ। ਗੱਲ ਤੇ ਉਹ ਕਰ ਰਹੇ। ਸੋ ਇਸ ਕਰਕੇ ਅੱਜ ਦਾ ਸੰਸਾਰ ਖਾਣਾ ਵੀ ਮਨ ਪਾਉਂਦਾ ਤੇ ਪਹਿਨਣਾ ਵੀ ਮਨ ਪਾਉਂਦਾ, ਇਸ ਕਰਕੇ ਚੁੱਪ ਭਲੀ ਹੈ ਜੀ। ਸਾਰੀ ਕਾਲਾਂ ਫਲੈਸ਼ ਕਰੀਏ, ਸਾਡੇ ਕੋਲ ਸਿਰਫ 10 ਮਿੰਟ ਨੇ, ਅਸੀਂ ਨੈਕਸਟ ਕਾਲ ਲੈਂਦੇ ਹਾਂ ਜੀ ਔਨ ਦੀ ਏਅਰ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਮੈਂ ਇਹ ਕਹਿਣਾ ਚਾਹੁੰਦਾ ਜੀ, ਚਲੋ ਪਾਉਂਦੇ ਤਾਂ ਆਪਦੀ ਮਰਜ਼ੀ ਨਾਲ ਜੀ, ਫਿਰ ਆਪਾਂ ਵਿਤਕਰਾ ਕਿਉਂ ਕਹਿੰਦੇ ਆ? ਜਦੋਂ ਆਪਾਂ ਕਿਸੇ ਦੇ ਕੁਛ ਹੋਬ ਜਾਂ ਪਾਇਆ ਦੇਖਦੇ ਆ, ਗੋਰਿਆਂ ਦੇ ਜਾਂ ਕਿਸੇ ਹੋਰ ਦੇ, ਆਪਾਂ ਉਹਨਾਂ ਤੇ ਕਮੈਂਟ ਕਰਦੇ ਆ ਤੇ ਲੋਕੀ ਵੀ ਤਾਂ ਆਪੇ ਤੇ ਕਰਨਗੇ ਨਾ ਜੀ, ਫਿਰ ਆਪਾਂ ਕੰਪਲੇਂਟ ਕਿਉਂ ਕਰਦੇ ਆ? ਬਿਲਕੁਲ ਆਪਾਂ ਵੀ ਤਾਂ ਉਹਨਾਂ ਨੂੰ ਹੋਰ ਨਾਵਾਂ ਨਾਲ ਬੁਲਾਉਂਦੇ ਆ, ਨਹੀਂ ਬੁਲਾਉਂਦੇ ਤੁਸੀਂ ਦੱਸੋ ਜੀ, ਫਿਰ ਉਹ ਵੀ ਤਾਂ ਬੁਲਾਉਣਗੇ ਜੀ, ਉਹਨਾਂ ਨਾਲ ਆਪਾਂ ਝਾਕਦੇ ਆ, ਅੱਖਾਂ ਕੱਢਦੇ ਆ। ਦੂਜੀ ਗੱਲ ਮੈਂ ਕਹਿਣਾ ਚਾਹੁੰਦਾ ਸੀ, ਚਲੋ ਮੈਨੂੰ ਬਹੁਤ ਅਫਸੋਸ ਆ ਜੀ ਉਹ ਬਾਈ ਜੀ ਦੀ ਡੈਥ ਹੋਈ ਜਾਂ ਕੁਛ ਵੀ ਆ, ਮੈਂ ਉਹਨਾਂ ਤੇ ਕਮੈਂਟ ਤਾਂ ਨਹੀਂ ਕਰਨਾ ਚਾਹੁੰਦਾ, ਪਰ ਇਸ ਕੰਟਰੀ ਵਿੱਚ ਆ ਕੇ ਤੁਸੀਂ ਤੇ ਇੱਥੋਂ ਦੀ ਬਹੁਤ ਨਾ, ਇਸ ਕੰਟਰੀ ਦੇ ਵਿੱਚ ਆ ਕੇ ਵੀ ਕੋਈ ਸੁਸਾਈਡ ਕਰ ਰਿਹਾ ਹੈਗਾ ਬੰਦਾ ਆ ਕੇ ਸਪੈਸ਼ਲੀ, ਤਾਂ ਬਹੁਤ ਸੈਡ ਹੈ, ਕਿਉਂਕਿ ਨਾ ਤਾਂ ਕੰਮ ਦੀ ਕੋਈ ਘਾਟ ਹੈ ਜੀ ਇੱਥੇ, ਕੈਸ਼ ਤੇ ਮੁੰਡੇ 8-8 ਤੇ ਕਰਕੇ ਵੀ ਬਹੁਤ ਵਧੀਆ ਗੁਜ਼ਾਰਾ ਕਰਦੇ ਆ। ਜੋਲ ਸਾਹਿਬ ਨੂੰ ਸਾਰੀ ਚੀਜ਼ਾਂ ਦਾ ਪਤਾ ਜੀ ਹਨਾ, ਉਹ ਮੈਂ ਨਹੀਂ ਮੰਨਦਾ। ਦੂਜੀ ਗੱਲ, ਜਿਹੜੇ ਹੁਣ ਫਰੈਂਡਸ ਆ ਉਹਨਾਂ ਦੀ ਬਹੁਤ ਵੱਡੀ ਇਸ ਚੀਜ਼ ਦੇ ਵਿੱਚ ਹੱਥ ਰਹਿੰਦਾ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਮੈਂਟਲੀ ਕਮਜ਼ੋਰ ਹੋ ਰਿਹਾ, ਉਹਨਾਂ ਨੂੰ ਸਹਾਰਾ ਦੇਣਾ ਚਾਹੀਦਾ। ਹੁਣ ਵੀ ਤਾਂ ਚਲੋ ਮੈਂ ਸੋ ਸੌਰੀ, ਮੈਂ ਇਹ ਵਰਡਸ ਨਹੀਂ ਯੂਜ ਕਰਨਾ ਚਾਹੁੰਦਾ, ਹੁਣ ਵੀ ਤਾਂ ਆਪਾਂ ਬੋਡੀ ਭੇਜਣ ਲਈ ਜਾਂ ਕੁਛ ਕਰਾਂਗੇ, ਗੋ ਫੰਡ ਜਾਂ ਕੁਛ, ਇਹ ਚੀਜ਼ਾਂ ਪਹਿਲਾਂ ਕਿਉਂ ਨਹੀਂ ਕੀਤੀਆਂ ਜਾਂਦੀਆਂ? ਇਹੀ ਤਾਂ ਅਸੀਂ ਕਹਿ ਰਹੇ ਹਾਂ ਜੀ, ਜਦੋਂ ਮੈਂਟਲ ਤੌਰ ਤੇ ਜਦੋਂ ਬੱਚਾ, ਇਹ ਹੈਲਪ ਆਪਾਂ ਪਹਿਲਾਂ ਵੀ ਤਾਂ ਦੇ ਸਕਦੇ ਹਾਂ ਨਾ, ਪਰ ਬੱਚੇ ਨੂੰ ਵੀ ਤਾਂ ਬੋਲਣਾ ਚਾਹੀਦਾ ਨਾ ਅੱਗਿਓਂ। ਗੱਲ ਤਾਂ ਇਹ ਨਾ ਬਾਈ ਜੀ, ਤੁਹਾਡੇ ਵੀ ਫਰੈਂਡ ਆ, ਨਹੀਂ ਭਾਜੀ, ਇਹ ਤੁਹਾਡੇ ਵੀ ਫਰੈਂਡ ਆ, ਬੰਦੇ ਦਾ ਮੂੰਹ ਦੇਖ ਕੇ ਪਤਾ ਚੱਲ ਜਾਂਦਾ ਦੂਸਰੇ ਫਰੈਂਡਸ ਨੂੰ ਕਿ ਇਹ ਅੱਜ ਕੀ ਬੀਤ ਰਹੀ ਹੈ। ਮੇਰੇ ਵੀ ਫਰੈਂਡਸ ਆ, ਅਸੀਂ ਵੀ ਟੋਕੀਦਾ, ਅਸੀਂ ਵੀ ਰੋਕੀਦਾ, ਬੰਦੇ ਦਾ ਮੂੰਹ ਦੇਖ ਕੇ ਪਤਾ ਚੱਲ ਜਾਂਦਾ ਇਹ ਅੱਜ ਉਦਾਸ ਆ, ਨਹੀਂ ਆ। ਮਾਪਿਆਂ ਨੂੰ ਨਹੀਂ ਪਤਾ ਚੱਲਦਾ, ਪਰ ਫਰੈਂਡਸ ਨੂੰ ਜ਼ਰੂਰ ਚੱਲ ਜਾਂਦਾ। 100% ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਜੋਲ ਸਾਹਿਬ ਜੀ, ਥੈਂਕ ਯੂ ਸੋ ਮਚ। ਥੈਂਕ ਯੂ। ਇਹਨਾਂ ਦਾ ਵਿਚਾਰ ਬੜੇ ਵਧੀਆ ਨੇ, ਧੰਨਵਾਦ ਇਹਦਾ ਸਰਕਾਰ। ਪਰ ਦੂਸਰੇ ਪਾਸੇ ਕੈਨੇਡੀਅਨ ਸਿਸਟਮ ਹੈਲਪ ਉਹਦੀ ਕਰ ਸਕਦਾ ਜਿਹੜਾ ਹੈਲਪ ਮੰਗੂਗਾ। ਇਸੇ ਤਰ੍ਹਾਂ ਹੀ ਆ
ਵੀ ਜੇ ਹੁਣ ਤੁਸੀਂ ਕਹਿੰਦੇ ਕਿ ਉਹਦਾ ਪਤਾ ਲੱਗਦਾ ਤੇ ਤਾਂ ਅਸੀਂ ਮੂੰਹ ਦੇਖ ਕੇ ਨਹੀਂ, ਹੁਣ ਇਹ ਵੀ ਨਹੀਂ ਕਿਹਾ ਜਾ ਸਕਦਾ ਜਿਸ ਤਰ੍ਹਾਂ ਉਹਦੇ ਦੋਸਤ ਦੱਸ ਰਹੇ ਆ, ਅਸੀਂ ਕੁਛ ਨਹੀਂ ਉਹਨੂੰ ਕਹਿ ਰਹੇ ਉਹ ਸੰਸਾਰ ਚੋਂ ਚਲੇ ਗਿਆ, ਬੋਡੀ ਟੁਕੜੇ ਹੋ ਗਈ, ਸਾਨੂੰ ਬੜਾ ਤਰਸ ਹੈ, ਬੜੀ ਹਮਦਰਦੀ ਹੈ, ਬੜਾ ਦੁੱਖ ਹੈ ਜੀ, ਪਰ ਆਪਾਂ ਚਾਹੁੰਦੇ ਹਾਂ ਕਿ ਇਹ ਆਖਰੀ ਸੁਸਾਈਡ ਹੋਵੇ। ਯੈਸ, ਕਿਉਂਕਿ ਇਹ ਪਹਿਲਾ ਨੀਗਾ ਤੇ ਮੈਨੂੰ ਲੱਗ ਰਿਹਾ ਹਾਲਾਤ ਦੇਖ ਕੇ ਵੀ ਇਹ ਆਖਰੀ ਵੀ ਨੀਗਾ, ਪਰਮਾਤਮਾ ਮਾਫ ਕਰੇ, ਪਰ ਆਪਾਂ ਚਾਹੁੰਦੇ ਹਾਂ ਵੀ ਇਹ ਆਖਰੀ ਹੋਵੇ। ਕਿਉਂਕਿ ਉਹਦੇ ਸਾਥੀ ਇਹ ਕਹਿੰਦੇ ਆ ਵੀ ਅਸੀਂ ਉਹਦਾ ਸਕਾਰਬੋਰੋ ਨਹੀਂ ਸੀ ਦਿਲ ਲੱਗਦਾ, ਉਹਨੂੰ ਬਰੈਂਪਟਨ ਲਿਆਏ, ਉਹਨੂੰ ਨੌਕਰੀ ਤੇ ਲਵਾਇਆ, ਅੱਛਾ, ਉਹਨੂੰ ਆਪਣੇ ਕੋਲ ਕਮਰੇ 'ਚ ਰੱਖਿਆ, ਬਹੁਤ ਕੁਝ ਕੀਤਾ, ਪਰ ਫਿਰ ਉਹ ਚੁੱਪ ਕਰਕੇ ਆਪੇ ਫੇਰ ਚਲਾ ਗਿਆ। ਹੁਣ ਕੋਈ ਕਿਸੇ ਨੂੰ ਰੱਸੇ ਨਾ ਬੰਨ ਸਕਦਾ, ਨਹੀਂ ਬਣ ਸਕਦੇ ਜੋਲ ਸਾਹਿਬ। ਸੋ ਇਸ ਕਰਕੇ ਇੱਥੇ ਤਾਂ ਜਿਹੜੀ ਹੈਲਪ ਮੌਜੂਦ ਆ ਬੰਦਾ ਮੰਗੇ ਮਿਲ ਜੂਗੀ। ਪੰਜਾਬ ਭਾਰਤ ਵਿੱਚ ਤਾਂ ਤੁਸੀਂ ਮੰਗ ਕੇ ਦੇਖ ਲਓ ਹੈਲਪ ਤੁਹਾਡੀ ਕੌਣ ਕਰਦਾ, ਉਹ ਵੀ ਅੱਜ ਦੇ ਟਾਈਮ 'ਚ ਜੋਲ ਸਾਹਿਬ ਜ਼ੀਰੋ। ਸੋ ਇਸ ਕਰਕੇ ਬਹੁਤ ਕੁਛ ਹੈ ਅਵੇਲੇਬਲ, ਪਰ ਜੇ ਹੁਣ ਅਸੀਂ ਚੱਲੇ ਆ ਨਾ ਪੰਜਾਬ 'ਚੋਂ, ਅਸੀਂ ਚੱਲੇ ਆ, ਕੱਪੜੇ ਨਵੇਂ ਲੈ ਲਏ, ਸਭ ਕੁਛ ਨਵਾਂ ਲੈ ਲਿਆ, ਤੁਰ ਪਏ, ਤੇ ਫਿਰ ਹੁਣ ਇਹ ਡਿਪਰੈਸ਼ਨ 'ਚ ਜਾਇਆ ਗੱਲਾਂ ਨਹੀਂ ਬਣਨੀਆਂ। ਤੁਸੀਂ ਬੂਟਾ ਪੁੱਟ ਕੇ ਦੂਜੇ ਪਾਸੇ ਲਾ ਰਹੇ ਹੋ, ਉਤਰੇਗਾ ਤਾਂ ਹਨਾ, ਜੇ ਉਹਨੂੰ ਪਾਣੀ ਪਾਓਗੇ, ਲੋੜੀਂਦੀਆਂ ਚੀਜ਼ਾਂ ਦਿਓਗੇ ਜੀ। ਇਸ ਕਰਕੇ ਤੁਸੀਂ ਜ਼ਿੰਦਗੀ ਦਾ ਆਪਣਾ ਬੂਟਾ ਪੱਟ ਕੇ ਇੱਥੇ ਜੇ ਦਰਖਤ ਬਣਾਉਣਾ, ਤੇ ਉਹ ਦਰਖਤ ਨੂੰ ਫਿਰ ਜਿਹੜੇ ਜਿਹੜੇ ਮੌਸਮ ਦੇ ਵਿੱਚ ਪਲਣਾ ਪੈਂਦਾ, ਉਹ ਮੌਸਮਾਂ ਦੀ ਮਾਰ ਝੱਲਣ ਲਈ ਤਿਆਰ ਰਹਿਣਾ ਚਾਹੀਦਾ ਦਿਮਾਗੀ ਤੌਰ ਤੇ ਬੰਦੇ ਨੂੰ ਜੀ। 905-813 ਨਹੀਂ ਕੁਛ ਬਣਨਾ ਜੀ, 905-813-1320, 9058131320। ਲਾਸਟ 2 ਕਾਲਸ ਆਪਾਂ ਵਾਈਂਡ ਅਪ ਕਰਦੇ ਇਸ ਗੱਲ ਨੂੰ। ਹੈਲੋ, ਹਾਂਜੀ ਅਰਸ਼ ਜੀ ਤੇ ਜੋਲ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਤਾਂ ਅਫਸੋਸ ਆ ਜੀ, ਜਿਹੜਾ ਸੁਸਾਈਡ ਬਾਰੇ ਮੈਂ ਤਾਂ ਉੱਥੇ ਹੀ ਸੁਣਿਆ, ਮੈਨੂੰ ਪਹਿਲਾਂ ਪਤਾ ਨਹੀਂ ਸੀਗਾ। ਤੇ ਬਾਕੀ ਇਹ ਕਿਸੇ ਦੀ ਮਤਲਬ ਮੈਂਟਲ ਹਾਲਤ ਕਿਸ ਤਰ੍ਹਾਂ ਦੀ ਆ, ਉਹ ਕਿੰਨਾ ਕੁ ਡਿਪਰੈਸ਼ਨ ਦੇ ਵਿੱਚ ਆ, ਕਿਉਂ ਆ, ਇਹ ਤਾਂ ਮਤਲਬ ਬਹੁਤ ਡੂੰਘੀਆਂ ਗੱਲਾਂ ਨੇ ਜੀ। ਉਹ ਬੰਦੇ ਬਾਰੇ ਜਾਂ ਸਟੂਡੈਂਟ ਬਾਰੇ ਇਹ ਤਾਂ ਜਾਣ ਕੇ ਹੀ ਪਤਾ ਲੱਗੂਗਾ ਵੀ ਉਹ ਤੇ ਕੀ ਮਜਬੂਰੀ ਸੀ, ਜਾਂ ਉਹ ਆਪਣੇ ਮਤਲਬ ਗਲਤ ਤੌਰ ਤਰੀਕਿਆਂ ਕਰਕੇ ਆਇਆ ਜੀ। ਹਰ ਬੰਦਾ ਜਿਹੜਾ ਹੈਗਾ ਜੀ ਉਹ ਆਪਣੀ ਕਮਿਊਨਿਟੀ ਨੂੰ ਰੀਪ੍ਰਜੈਂਟ ਕਰ ਰਿਹਾ ਹੁੰਦਾ, ਤੇ ਮੇਰੇ ਹਿਸਾਬ ਨਾਲ ਤੁਹਾਨੂੰ ਤੁਸੀਂ ਇੱਕ ਤਾਂ ਵੈਸੇ ਹੀ ਦੂਸਰਿਆਂ ਨੂੰ ਅਲੱਗ ਦਿਸਦੇ ਹੋ, ਤੁਹਾਨੂੰ ਆਪਣੇ ਠੀਕ ਕੱਪੜੇ ਪਾ ਕੇ ਮੌਸਮ ਦੇ ਹਿਸਾਬ ਦੇ ਨਾਲ ਨਿਕਲਣਾ ਚਾਹੀਦਾ ਜੀ। ਤੇ ਤੁਸੀਂ ਇਸੇ ਵਿੱਚ ਹੀ ਆਪਣੀ ਮਤਲਬ ਜੇ ਕੋਈ ਚੰਗੀ ਦਿੱਖ ਦਿਖਾਉਣਾ ਚਾਹੁੰਦੇ ਆ, ਉਹ ਆਪਣੀ ਕਿਸੇ ਪੱਧਰ ਦੇ ਉੱਤੇ ਕੋਈ ਕਾਮਯਾਬੀ ਹੋ ਸਕਦੀ ਹੈ ਕਿਸੇ ਫੀਲਡ ਦੇ ਵਿੱਚ, ਉਹਦੇ ਨਾਲ ਆਪਾਂ ਡਿਫਰੈਂਟ ਦਿਖ ਸਕਦੇ ਹਾਂ ਜੀ। ਜੇ ਆਪਾਂ ਚੱਪਲਾਂ ਪਾ ਲਈਏ ਠੰਡ ਦੇ ਵਿੱਚ, ਸਨੋ ਦੇ ਵਿੱਚ, ਉਹ ਤਾਂ ਕੋਈ ਆਪਾਂ ਨੂੰ ਹੋਰ ਹੀ ਲਫ਼ਜ਼ਾਂ ਦੇ ਨਾਲ ਕਹੇਗਾ ਜੀ। ਤੇ ਬਾਕੀ ਬਹੁਤ ਵਧੀਆ ਲੱਗਿਆ ਜੀ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਜੀ। ਨੈਕਸਟ ਕਾਲ ਆਨ ਦੀ ਹੈ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬੇਟਾ ਜੀ, ਸਤਿ ਸ਼੍ਰੀ ਅਕਾਲ ਅਰਸ਼ੀ ਜੀ। ਪਤਾ ਕੀ ਆ, ਅਸੀਂ ਮੈਨੂੰ ਦੇਖ ਲਓ ਹੁਣ 62-63 ਸਾਲ ਇੰਗਲੈਂਡ ਆਏ ਸੀਗੇ, ਸਾਨੂੰ ਵੀ ਉਸ ਵੇਲੇ ਲੋਕ ਬਹੁਤ ਥੋੜੇ, ਲੇਡੀਜ਼ ਬਹੁਤ ਘੱਟ ਸੀ ਇੰਗਲੈਂਡ ਵਿੱਚ, ਤੇ ਬੜਾ ਅਜੀਬ ਦੇਖਦੇ ਸੀ ਸਾਨੂੰ। ਜਿਹੜੇ ਘਰ ਕੋਈ ਕਈ ਛੱਡ ਕੇ ਵੇਚ ਕੇ ਚਲ ਜਾਂਦੇ, ਕੋਈ ਕੜੀ ਪਾਉਂਦੇ, ਆਹ ਕਰਦੇ, ਕੋਈ ਦੇਖਦਿਆਂ ਸਾਨੂੰ ਵੀ ਇੰਨੀ ਸੁੱਧ ਬੁੱਧ ਹੈ ਨਹੀਂ ਸੀ। ਮੈਂ ਤਾਂ ਇੰਗਲੈਂਡ ਆ ਕੇ ਗਈ, ਮੈਂ ਕਿੱਥੇ ਆ ਫਸੀ, ਹਾਲਾਂਕਿ ਮੈਂ ਵਿਆਹ ਹੀ ਆਈ ਤੇ ਮੇਰੇ ਬੜਾ ਆਦਰ ਸਤਿਕਾਰ ਸੀਗਾ ਉੱਥੇ ਇੰਗਲੈਂਡ 'ਚ ਵਿਆਹ ਹੋਇਆ। ਪਰ ਫਿਰ ਵੀ ਜਦੋਂ ਨਵੇਂ ਦੇਸ਼ 'ਚ ਆਉਂਦੀ, ਹੁਣ ਤਾਂ ਦੁਨੀਆ ਦਾ ਗਲੋਬਲ ਵਰਲਡ ਬਣ ਗਿਆ, ਤੇ ਇਹਨੂੰ ਤਾਂ ਕੋਈ ਪਿੰਡਾਂ ਵਾਲੀ ਗੱਲ ਆ। ਪਰ ਬੱਚੇ ਜਿਹੜੇ ਉੱਥੋਂ ਆਉਂਦੇ ਆ, ਸਾਨੂੰ ਮਾਂ ਪਿਓ ਨੂੰ ਇਹਨਾਂ ਨੂੰ ਪ੍ਰਿਪੇਅਰ ਕਰਕੇ ਤੋਰਨਾ ਚਾਹੀਦਾ, ਤਿਆਰ ਕਰਕੇ ਤੋਰੋ ਵੀ ਬੱਚੇ ਉੱਥੇ ਸੌਖਾ ਨਹੀਂ ਹੈਗਾ। ਤੁਸੀਂ ਚੱਲੇ ਆ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ। ਹੁਣ ਤਾਂ ਦੁਨੀਆ ਪੜ੍ਹੀ ਲਿਖੀ ਆ, ਟੀਵੀ 'ਚ ਮਿਸ ਗੋਸਲ ਕਿਹੜੀ ਮਾਂ ਕਿਹੜਾ ਪਿਓ ਨਹੀਂ ਇਹ ਗੱਲ ਕਹਿੰਦਾ ਜਾਂ ਤੋਰਨ ਤੋਂ ਪਹਿਲਾਂ ਕਿ ਉੱਥੇ ਆ ਹੋਣਾ, ਉੱਥੇ ਉਹ ਹੋਣਾ। ਬਾਕੀ ਜਿਹੜੇ ਲੋਕ ਜਾਂਦੇ ਵੀ ਨਹੀਂ, ਇੱਕ ਮਿੰਟ ਹੋਰ, ਪਤਾ ਕੀ ਆ, ਸਾਨੂੰ ਵੀ ਆਇਆਂ ਨੂੰ ਏਦਾਂ ਵੱਖਰਾ ਨਹੀਂ ਦੇਖਣਾ ਚਾਹੀਦਾ, ਕਿਉਂਕਿ ਉਹ ਬੱਚੇ ਜਿਹੜੇ ਪਤਾ ਨਹੀਂ ਉਹਨਾਂ ਦੀ ਕਿੱਦਾਂ ਦੀ ਕੰਪਨੀ, ਮੈਂ ਤਾਂ ਇੱਥੇ ਦੇਖਿਆ ਨਹੀਂ ਕਿਉਂਕਿ ਅਸੀਂ ਮਿਸਿਸਾਗਾ 'ਚ ਰਹਿੰਦੇ ਹਾਂ, ਕੋਈ ਉੱਥੇ ਬਰੈਂਪਟਨ ਇਹੋ ਜਿਹੇ ਕੰਮ। ਮਿਸਿਸ ਗੋਸਲ ਯੂ ਆਰ ਰੋਂਗ ਹੇਅਰ। ਤੁਸੀਂ ਇੱਕ ਸਿਟੀ ਨੂੰ ਨਹੀਂ ਟਾਰਗੇਟ ਕਰ ਸਕਦੇ। ਨਹੀਂ, ਅਸੀਂ ਦੇਖੇ ਨਹੀਂ ਨਾ, ਮੈਂ ਕਦੇ ਦੇਖੇ ਨਹੀਂ। ਕਿਉਂ ਨਹੀਂ? ਸਟੂਡੈਂਟ ਰਹਿੰਦੇ ਨਹੀਂ ਮਿਸਿਸਾਗਾ 'ਚ ਮਿਸਿਸ ਗੋਸਲ? ਉਹ ਰਹਿੰਦੇ ਹੋਣੇ। ਸ਼ੇਰਡਨ ਕਾਲਜ ਇਨ ਮਿਸਿਸਾਗਾ, ਸਭ ਤੋਂ ਜ਼ਿਆਦਾ ਸਟੂਡੈਂਟਸ ਆਪਣੇ ਇੱਥੇ ਰਹਿੰਦੇ ਨੇ। ਇੱਕ ਗੱਲ ਕਿਤੇ ਵੀ ਹੋਣਗੇ, ਮੈਂ ਕਿਹੜਾ ਬਾਹਰ ਜਾਣੀ, ਬੱਚਿਆਂ ਨੂੰ ਦੇਖਦੀ ਕੀ ਕਰਦੇ ਆ। ਤੇ ਤੁਸੀਂ ਉਹਨਾਂ ਨੂੰ ਆਇਆਂ ਨੂੰ ਇੱਕ ਪਹਿਲਾਂ ਆ ਕੇ ਕੋਈ ਬੰਦਾ ਆਉਂਦਾ ਇੰਡੀਆ ਤੋਂ ਪਹਿਲਾਂ ਪਤਾ ਲੱਗਦਾ ਵੀ ਨਵਾਂ ਇੰਡੀਆ ਤੋਂ ਆਇਆ ਹੈਗਾ। ਅੱਜ ਕੱਲ੍ਹ ਕੋਈ ਬਹੁਤ ਹੁਸ਼ਿਆਰ ਆਉਂਦੇ ਆ ਜਿਹੜੇ ਆਉਂਦੇ ਆਪਣੇ ਆਪ ਨੂੰ ਚੇਂਜ ਕਰ ਲੈਂਦੇ, ਪਰ ਇਹ ਜਿਹੜੇ ਬੱਚੇ ਆਉਂਦੇ ਇਹਨਾਂ ਨੂੰ ਹੋਣਾ ਤੇ ਚਾਹੀਦਾ ਆ। ਪਰ ਹੁਣ
ਜਿੱਦਾਂ ਹੈਗੇ ਕੋਈ ਕਿ ਅਜੇ ਕਿੰਨੀਆਂ ਸਾਲਾਂ ਦੇ ਰਹਿੰਦੇ ਵੀ ਚੱਪਲਾਂ ਪਾ ਕੇ ਤੁਰ ਪੈਣੀਆਂ ਬੱਚਿਆਂ ਨੂੰ ਸਕੂਲ ਵਾਲੇ। ਮੈਂ ਕਹੂੰਗੀ ਹੋਰ ਤਾਂ ਹੋਰ, ਜਦੋਂ ਅਸੀਂ ਨਗਰ ਕੀਰਤਨ ਤੇ ਗਏ ਉੱਥੇ ਬੰਦੇ ਪਰ ਬੰਦਾ ਉਹ ਚੱਪਲਾਂ ਪਾਈਆਂ। ਮੈਂ ਕਿਹਾ ਇਹਨਾਂ ਦੇ ਪੈਰਾਂ ਨੂੰ ਕੋਈ ਵੱਢ ਨਹੀਂ ਸਕਦਾ ਵੀ ਪੈਰਾਂ ਥੱਲੇ ਆ ਜਾਣ ਚੱਪਲਾਂ। ਕਿੰਨਾ ਸਾਡਾ ਹਜੇ ਵੀ ਮੈਂਟਲੀ ਅਸੀਂ ਕਿੱਥੇ ਤੁਰੇ ਫਿਰ। ਠੀਕ ਹੈ, ਥੈਂਕ ਯੂ ਮਿਸਿਸ ਗੋਸੋ, ਥੈਂਕ ਯੂ ਸੋ ਮਚ, ਥੈਂਕ ਯੂ ਮਿਸਿਸ ਗੋਸੋ। ਇਹ ਬੱਚਿਆਂ ਦੇ ਕਿੰਨੇ ਹੁਣ ਸੁਸਾਈਡ ਹੋ ਗਏ ਇਹਦੇ ਆਪਣੇ ਸਤਪਾਲ ਦੇ ਕਹਿਣ ਮੰਗਰ ਅਸੀਂ ਕਹੀਏ ਆਖਰੀ ਹੋਵੇ, ਕਿੰਨੇ ਬੱਚੇ ਜਾ ਚੁੱਕੇ, ਕਿੰਨੇ ਜਾ ਚੁੱਕੇ ਆ। ਥੈਂਕ ਯੂ ਮਿਸਿਸ ਗੋਸੋ। ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ। ਇਹਨਾਂ ਦੇ ਮਾਪਿਆਂ ਦਾ ਕੀ ਹੁਣ ਹਾਲ ਹੋਣਾ ਉਹ ਉਹਨਾਂ ਨੂੰ ਪਤਾ ਹੋਊਗਾ। ਕਿੰਨਾ ਖਰਚ ਅੱਗੇ ਪਹਿਲਾਂ ਤੁਸੀਂ ਦੱਸ ਹਟੇ ਆ ਕੀ ਹਾਲਾਤ ਅੱਜ ਕੱਲ੍ਹ ਪੰਜਾਬ ਦੇ। ਬੱਚਾ ਕੱਲਾ ਝੋਲਾ ਚੱਕ ਕੇ ਇੰਗਲੈਂਡ ਕੈਨੇਡਾ ਤੁਰੇ ਜੀ। ਥੈਂਕ ਯੂ ਮਿਸਿਸ ਗੋਸੋ, ਥੈਂਕ ਯੂ ਸੋ ਮਚ, ਥੈਂਕ ਯੂ ਜੀ। ਜੋਲ ਸਾਹਿਬ ਨਹੀਂ, ਬਹੁਤ ਅੱਛੇ ਆਂਟੀ ਜੀ, ਧੰਨਵਾਦ ਤੁਹਾਡਾ। ਦੂਸਰੇ ਪਾਸੇ ਇਹ ਹੈ ਜੀ ਵੀ ਅੱਜ ਜਿਹੜਾ ਇਹ ਸਮਾਂ ਕੋਵਿਡ ਦਾ ਚੱਲ ਰਿਹਾ ਨਾ, ਇਹ ਆਪਾਂ ਇੱਥੇ ਕਿਸੇ ਸਿਵਿਆਂ 'ਚ ਜਾ ਕੇ ਪੁੱਛ ਲਈਏ, ਭਾਵੇਂ ਬਰੈਂਪਟਨ ਹੀ ਚੱਲ ਜਾਈਏ, ਇਹ ਵੀ ਇੱਥੇ ਜਿਹੜੇ ਮੁੰਡੇ ਕੁੜੀਆਂ ਆ ਵੀ ਉਹ ਕੋਈ ਉਹਨਾਂ ਦੀ ਡੈਥ ਤਾਂ ਨਹੀਂ ਹੋ ਰਹੀ, ਇੱਥੇ ਤੁਹਾਨੂੰ ਸੰਸਕਾਰ ਤਾਂ ਨਹੀਂ ਕਰਨਾ ਪੈਂਦਾ, ਤੇ ਉਹ ਤੁਹਾਨੂੰ ਦੱਸ ਦੇਣਗੇ ਵੀ ਕੀ ਹਾਲਾਤ ਆ, ਹਨਾ। ਬਿਲਕੁਲ। ਤੇ ਹਰ ਜਿਹੜਾ ਸੁਸਾਈਡ ਜਾਂ ਹਰ ਡੈਥ ਆ ਜਿਹੜੀ ਉਹ ਖਬਰਾਂ ਤਾਂ ਬਣਦੀ ਨਹੀਂ ਜੀ। 17, 18, 8, 9 ਐਵਰੀ ਮੰਥ ਉਹ ਕਹਿ ਰਹੇ ਆ। ਜਾ ਕੇ ਆਪ ਪੁੱਛ ਲਓ ਇਹਨਾਂ ਸਿਵਿਆਂ ਵਾਲਿਆਂ ਨੂੰ ਜਿਹਨਾਂ ਨੂੰ ਸੰਸਕਾਰ ਕਰਨਾ ਪੈਂਦਾ ਦਿੰਦੇ ਨੇ, ਤੇ ਕਿੰਨੀਆਂ ਕੁ ਹਰ ਹਫ਼ਤੇ ਮੁੰਡੇ ਕੁੜੀਆਂ ਦੀਆਂ ਜਿਹੜੀਆਂ ਲਾਸ਼ਾਂ ਤੁਹਾਨੂੰ ਟਰੀਟ ਕਰਨੀਆਂ ਪੈਂਦੀਆਂ ਜੀ। ਦੂਸਰਾ ਜਿਹੜਾ ਇਹ ਕੋਵਿਡ ਦੀ ਸਿਚੁਏਸ਼ਨ ਦੇ ਵਿੱਚ ਆ ਨਾ, ਵੀ ਮੈਨੂੰ ਲੱਗਦਾ ਨੀਗਾ ਵੀ ਇਹ ਇਕੱਲੇ ਲੜਕੇ ਤੇ ਲੜਕੀਆਂ ਦੇ ਕਸੂਰ ਕਰਕੇ ਇਹ ਘਟਨਾਵਾਂ ਇਸ ਵੇਲੇ ਵਾਪਰ ਰਹੀਆਂ। ਉਹਦੇ ਵਿੱਚ ਸਮੁੱਚੇ ਰੂਪ ਦੇ ਵਿੱਚ ਜਾਣੀ ਉਹਨਾਂ ਦੇ ਜਿਹੜੇ ਪੇਰੈਂਟਸ ਆ ਨਾ ਉੱਥੇ ਪੰਜਾਬ ਦੇ ਵਿੱਚ ਉਹਨਾਂ ਨੂੰ ਪੁਸ਼ ਕਰ ਰਹੇ ਲਗਾਤਾਰ। ਜੋਲ ਸਾਹਿਬ ਦੂਰ ਕੀ ਜਾਣਾ, ਜਿਹੜੇ ਇਨਫਲੂਐਂਸਰਸ ਨੇ ਕਹਿੰਦੇ ਨੇ ਘਰ ਬੈਠੇ ਰਹੋ। ਅੱਜ ਉਹੀ ਮੈਂ ਵੀ ਇਸ ਇੰਡਸਟਰੀ ਦੇ ਵਿੱਚ ਹਾਂ। ਜਦੋਂ ਮੈਂ ਮਾਈਕ ਤੇ ਬਹਿੰਦਾ ਜੋਲ ਸਾਹਿਬ, ਉਦੋਂ ਮੈਂ ਫਿਰ ਮੀਡੀਆ ਹੋਸਟ ਹਾਂ। ਜਦੋਂ ਮੈਂ ਮਾਈਕ ਤੋਂ ਬਾਹਰ ਜਾਂਦਾ ਤੇ ਫਿਰ ਮੈਂ ਇੱਕ ਰੀਅਲਟਰ ਹਾਂ ਜਾਂ ਫਿਰ ਮੈਂ ਇੱਕ ਐਕਟਰ ਹਾਂ। ਆਪਣੇ ਇੰਡਸਟਰੀ ਦੇ ਵਿੱਚ ਪਹਿਲਾ ਗ੍ਰਿਫਤਾਰ ਜਿਮੀ ਸ਼ੇਰਗਿਲ ਹੋਇਆ। ਅੱਜ ਸਭ ਤੋਂ ਵੱਡੀ ਖਬਰ ਗਿੱਪੀ ਗਰੇਵਾਲ, ਜੋ ਕਿ ਇੱਕ ਯੂਥ ਆਈਕਨ ਹੈ ਸਾਰਿਆਂ ਵਾਸਤੇ, ਉਹ ਅੱਜ ਸ਼ੂਟਿੰਗ ਦੇ ਦੌਰਾਨ ਇੱਕ ਪਿੰਡ ਦੇ ਵਿੱਚ 100 ਬੰਦਿਆਂ ਦੇ ਇਕੱਠ ਦੇ ਵਿੱਚ ਸ਼ੂਟਿੰਗ ਕਰਦਾ ਪਿਆ ਸੀ। ਨਾਲੇ ਉਹ ਕੈਨੇਡੀਅਨ ਹੈ, ਐਂਡ ਨਾਲ ਹੀ ਯੈਸ ਮੈਂ ਉੱਥੇ ਆਉਣ ਲੱਗਾ, ਐਂਡ ਹੀ ਇਜ਼ ਅ ਕੈਨੇਡੀਅਨ ਸਿਟੀਜ਼ਨ ਵੈਨਕੂਵਰ ਦੇ ਵਿੱਚ, ਐਂਡ ਆਈ ਰਿਸਪੈਕਟ ਗਿੱਪੀ ਗਰੇਵਾਲ ਵੈਰੀ ਮਚ। ਬਟ ਇਹ ਗੱਲ ਆ ਕਿ ਵਾਟ ਇਜ਼ ਹੈਪਨਿੰਗ, ਤੁਸੀਂ ਇਨਫਲੂਐਂਸਰਸ ਕਰ ਰਹੇ ਹੋ ਕਿ ਘਰ ਬੈਠੇ ਰਹੋ, ਗੀਤ ਕੱਢ ਰਹੇ ਹੋ ਕਰੋਨਾ ਦੇ ਉੱਤੇ, ਐਂਡ ਤੁਸੀਂ ਆਹ ਕੰਮ ਕਰ ਰਹੇ ਹੋ। ਕੋਈ ਗੱਲ ਨਹੀਂ, ਗਿੱਪੀ ਦੀਆਂ 4-5 ਫਿਲਮਾਂ ਜੋ ਕਿ ਡੱਬੇ ਦੇ ਵਿੱਚ ਵੇਲੇ ਪਈਆਂ ਨੇ 4-5 2-3 ਕਰੋੜ ਦੀਆਂ, ਆਈ ਅੰਡਰਸਟੈਂਡ ਪ੍ਰੋਡਿਊਸਰਾਂ ਦੇ ਪੈਸੇ ਲੱਗੇ ਆ, ਆਈ ਅੰਡਰਸਟੈਂਡ ਗਿੱਪੀ ਨੇ ਸ਼ਾਇਦ ਪਰਮਿਟ ਵੀ ਲਿੱਤੇ ਹੋਣਗੇ, ਐਂਡ ਸ਼ਾਇਦ ਉਹ ਅਪਰੂਵ ਵੀ ਨਹੀਂ ਹੋਣਗੇ ਜਾਂ ਹੋਏ ਹੋਣਗੇ ਜਾਂ ਕਰੋਨਾ ਦੇ ਵੇਲੇ ਡਿਲੇ ਹੋਣਗੇ। ਬਟ ਮੈਂ ਕਹਿ ਰਿਹਾ ਕਿ ਵਾਟ ਇਜ਼ ਦ ਨੀਡ ਰਾਈਟ ਨਾਓ। ਦੇਖਣ ਵਾਲਾ ਕੌਣ ਆ, ਸਿਨੇਮੇ ਤੋਂ ਬੰਦ ਆ। ਮੈਂ ਉਹੀ ਕਹਿ ਰਿਹਾ ਹਾਂ ਕਿ ਮੇਰੀ 2-3 ਫਿਲਮਾਂ ਇਸ ਵੇਲੇ ਰੁਕੀਆਂ ਹੋਈਆਂ ਨੇ ਬਿਕਾਜ਼ ਆਪਾਂ ਪ੍ਰੀਕਾਸ਼ਨ ਲੈ ਰਹੇ ਹਾਂ ਕਿ ਅਸੀਂ ਨਹੀਂ ਕਰ ਸਕਦੇ ਸ਼ੂਟ। ਵੀ ਕੈਨ ਨਾਟ ਲੀਵ ਦਿਸ ਕੰਟਰੀ। ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਜਿਹੜਾ ਬੈਨ ਲੱਗਿਆ ਹੋਇਆ ਹੈ, ਪਹਿਲੀ ਗੱਲ ਜੋ ਇੰਡੀਆ ਦੇ ਹਾਲਾਤ ਨੇ ਜੋ ਹੋ ਰਹੇ ਨੇ, ਸੋ ਅਸੀਂ ਤਾਂ ਯੈਸ ਗੋ ਅਹੈਡ ਜੋਸਫ। ਕੰਟਰੀ ਛੱਡਣ ਦੀ ਗੱਲ ਤਾਂ ਦੂਰ ਦੀ ਆ, ਤੁਹਾਨੂੰ ਤਰਲੇ ਕਰ ਰਹੀ ਸਰਕਾਰ ਵੀ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ। ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ ਤੇ ਸੋਚਾਂ ਮਤਲਬ ਪਲੈਨਿੰਗਾਂ ਬਣਾ ਰਹੇ ਹੋ ਕੰਟਰੀ ਮੁਲਕੋਂ ਬਾਹਰ ਜਾਣ ਦੀਆਂ। ਦੂਸਰੇ ਪਾਸੇ ਵੀ ਹੁਣ ਇੱਥੋਂ ਭੈਣ ਭਰਾ ਫੋਨ ਕਰਕੇ ਜਦੋਂ ਬੇਬਸੀ ਜ਼ਾਹਰ ਕਰਦੇ ਆ ਵੀ ਅਸੀਂ ਉਹਨਾਂ ਨੂੰ ਕਿਹਾ ਸੀ ਨਾ ਭੇਜੋ, ਪਰ ਹੁਣ ਅਸੀਂ ਬਹੁਤਾ ਵੀ ਨਹੀਂ ਕਹਿ ਸਕਦੇ, ਅਸੀਂ ਉਹਨਾਂ ਨੂੰ ਘਰੇ ਵੀ ਨਹੀਂ ਲਿਆ ਸਕਦੇ ਜੀ। ਆਪਣੇ ਖਰਚੇ ਤੇ ਉਹਨਾਂ ਨੂੰ 14 ਦਿਨ ਦਾ ਹੋਟਲ ਬੁੱਕ ਕਰਵਾ ਦਿੰਦੇ ਆ, ਆਪਣੇ ਖਰਚੇ ਤੇ ਉਹਨਾਂ ਨੂੰ ਫਿਰ ਰੋਟੀਆਂ ਉੱਥੇ ਜਾਣੀ ਕਿ ਖਾਣੇ ਵੀ ਪਹੁੰਚਾਉਂਦੇ ਆ ਵੀ ਉਹ ਉੱਥੇ ਵਾਲੇ ਇਹ ਨਾ ਮਹਿਸੂਸ ਕਰਨ ਵੀ ਇਹਨਾਂ ਨੇ ਖਿਆਲ ਨਹੀਂ ਕੀਤਾ। ਚਲੋ ਹੁਣ ਜਦੋਂ ਤੁਸੀਂ ਆਪਣੇ ਡੈਡ ਨਾਲ ਗੱਲ ਕਰ ਲੈਣਾ ਵੀ ਅਸੀਂ ਉੱਥੇ ਸੀਗੇ, ਹੋ ਸਕਦਾ ਸਾਡੀ ਵੀ ਸੋਚ ਏਦਾਂ ਹੀ ਸੀ ਵੀ ਇਹ ਕੈਨੇਡਾ ਵਾਲੇ ਆਪ ਤਾਂ ਉੱਥੇ ਬੈਠੇ ਆ ਤੇ ਸਾਨੂੰ ਕਹਿੰਦੇ ਆਓ ਨਾ। ਇੱਥੇ ਆ ਕੇ ਆਪਾਂ ਜਦੋਂ ਸਾਰਾ ਐਸਟੈਬਲਿਸ਼ਮੈਂਟ ਹੋ ਜਾਂਦੀ ਆ ਤੇ ਫਿਰ ਆਪਾਂ ਵੀ ਉਦਾਂ ਹੀ ਉਹਨਾਂ ਸੋਚਾਂ ਦੇ ਵਿੱਚ ਹੀ ਹੋ ਜਾਂਦੇ ਆ ਵੀ ਹੁਣ ਉਹਨਾਂ ਨੂੰ ਆਪਾਂ ਅਕਲ ਦਈਏ, ਜਦੋਂ ਕਿ ਸਾਨੂੰ ਉੱਥੇ ਬੈਠਿਆਂ ਨੂੰ ਕੋਈ ਅਕਲ ਦਿੰਦਾ ਸੀ ਤੇ ਸਾਨੂੰ ਆਪ ਨੂੰ ਨਹੀਂ ਸੀ ਚੰਗਾ ਲੱਗਦਾ। ਉਹ ਵੀ ਗੱਲ ਹੋ ਗਈ। ਪਰ ਹੁਣ ਕਰੋਨਾ ਦੀ ਜਿਹੜੀ ਸਿਚੁਏਸ਼ਨ ਚੱਲ ਰਹੀ ਆ ਇਹਦੇ ਵਿੱਚ ਤਾਂ ਗਵਰਨਮੈਂਟ ਨੇ ਪੂਰੀ ਲੀਨੀਅੰਸੀ ਆ। ਜਾਂ ਤੇ ਗਵਰਨਮੈਂਟ ਹੋਵੇ ਨਾ ਵੀ ਜਿਹੜਾ ਆ ਗਿਆ, ਜਿਹੜਾ ਇੰਨੀ ਤਰੀਕ ਤੋਂ ਬਾਅਦ ਰਹਿ ਗਿਆ ਤਾਂ ਤੇ ਸਾਨੂੰ ਹਫੜਾ ਦਫੜੀ ਸਮਝ ਆਵੇ। ਅੱਜ ਦੇ ਸਮੇਂ ਦੇ ਵਿੱਚ ਜਦੋਂ ਸਕੂਲ ਕਾਲਜ ਕੰਮ ਵਾਲੀਆਂ ਥਾਵਾਂ ਸਭ ਕੁਛ ਬੰਦ ਆ, ਸਟੇ ਐਟ ਹੋਮ ਆਰਡਰ ਆ, ਤੇ ਵੀ ਇਹ ਜਿਹੜਾ ਇੰਟਰਨੈਸ਼ਨਲ ਸਟੂਡੈਂਟਸ ਦੀ ਟ੍ਰੈਫਿਕ ਆ ਇਹ ਅਸੈਂਸ਼ੀਅਲ ਕਿਉਂ ਆ? ਵੀ ਇਹ ਕਿੱਦਾਂ ਕਰਕੇ ਕੋਈ ਹੈ ਦੀ ਡੈਫੀਨੇਸ਼ਨ ਵੀ ਬਹੁਤ ਜ਼ਰੂਰੀ ਹੈ ਇਹਨਾਂ ਦਾ ਕੈਨੇਡਾ ਆਉਣਾ ਇਸ ਸਿਚੁਏਸ਼ਨ 'ਚ, ਉਦੋਂ ਜਦੋਂ ਕਿ ਗਵਰਨਮੈਂਟ ਨੇ ਕਿਹਾ ਵੀ ਤੁਹਾਡਾ ਕੋਈ ਨੁਕਸਾਨ ਨਹੀਂ ਹੋਊਗਾ, ਤੁਹਾਡੀ ਸਟੱਡੀ ਪਰਮਿਟ ਇਸ਼ੂ ਹੋਇਆ ਘਰੇ ਬੈਠ ਕੇ ਪੰਜਾਬ 'ਚ ਪੜ੍ਹੋ ਜੀ ਯੂ ਡੋਨਟ ਨੀਡ ਟੂ ਟਰੈਵਲ। ਬਿਲਕੁਲ। ਹੁਣ ਪੰਜਾਬ ਤਾਂ ਇਸ ਪੱਖੋਂ ਇੱਕ ਗੋਲਡਨ ਸਟੇਟ ਆ, ਜਿਹੜਾ ਬੱਚਾ ਪੜ੍ਹ ਰਿਹਾ ਬੜਾ ਖੁਸ਼ਕਿਸਮਤ ਆ ਵੀ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ, ਉਹਨੂੰ ਇਹੋ ਜਿਹੇ ਮਾਪੇ ਮਿਲੇ ਨੇ
ਜਿਨ੍ਹਾਂ ਨੇ ਬੱਚੇ ਦੀ ਡਿਊਟੀ ਇੰਨੀ ਲਾਈ ਹੋਈ ਆ ਵੀ ਭਾਵੇਂ ਸਾਰੀ ਉਮਰ ਪੜ੍ਹੀ ਜਾ, ਬਸ ਤੇਰਾ ਕੰਮ ਪੜ੍ਹਨਾ ਜੀ 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 ਕੱਖ ਨਹੀਂ, ਹੋਰ ਪੂਣੀ ਵੀ ਨਹੀਂ ਕੱਟਣੀ, ਬਾਕੀ ਸਾਰੀ ਸਾਡੀ ਜ਼ਿੰਮੇਵਾਰੀ ਆ ਜੀ। ਘਰ ਦਾ ਕੋਈ ਕਿਰਾਇਆ ਨਹੀਂ ਦੇਣਾ, ਰੋਟੀ ਪਾਣੀ ਉਹਦੇ ਮਗਰ ਭੱਜਾ ਫਿਰਦਾ, ਸਿਰਫ ਪੜ੍ਹਨਾ ਹੀ ਆ। ਉਸ ਚੀਜ਼ ਨੂੰ ਛੱਡ ਕੇ ਉਹ ਕਰੋਨਾ ਦੀ ਮਹਾਮਾਰੀ ਦੇ ਦੌਰਾਨ ਵੈਸੇ ਜੇ ਕੈਨੇਡਾ ਆ ਰਿਹਾ ਜਾਂ ਆ ਰਹੀ ਆ, ਤੇ ਫਿਰ ਸੋਚਣਾ ਬਣਦਾ ਵੀ ਇਹ ਉਹਦਾ ਆਉਣਾ ਅਸੈਂਸ਼ੀਅਲ ਕਿਉਂ ਸੀ। ਜੀ 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 ਜੀ। ਉੱਥੇ ਫਿਰ ਇੱਥੇ ਪਹੁੰਚ ਗਏ, 2-3 ਹਫ਼ਤਿਆਂ ਬਾਅਦ ਹੀ ਪਛਤਾਵੇ ਸ਼ੁਰੂ ਹੋ ਗਏ। Yes, because there's again jobs and rent and income and all that stuff. It plays a very big factor also when a student comes here. But chalo ਪੈਰ ਰੱਖਦੇ ਸਾਰੇ ਖਰਚੇ ਸ਼ੁਰੂ ਆ। Yes, but ਚਲੋ ਉਹਨਾਂ ਦੀ ਮਰਜ਼ੀ ਹੈ ਵੀ ਆਪਾਂ ਤਾਂ ਜਲ ਸਾਹਿਬ ਬਸ ਪ੍ਰੀਚ ਹੀ ਕਰ ਸਕਦੇ ਹਾਂ ਉਹਨਾਂ ਦੀ ਪਰ ਫਿਰ ਆਜ ਨੂੰ ਸੁਸਾਈਡ ਆ। Yes, ਇੱਥੇ ਤਾਂ ਗੱਲ ਇੱਥੇ ਤਾਂ ਕੰਮ ਆ ਜਾਂਦਾ ਨਾ ਜਦੋਂ ਹਿੱਸਾ ਸੀ ਹਾਲਾਤ ਹੋਏ 25 ਲੱਖ ਰੁਪਇਆ ਲਾ ਕੇ ਇੱਥੇ ਪਹੁੰਚਿਆ ਤੇ ਸੁਸਾਈਡ ਹੋ ਗਿਆ, ਟੁਕੜੇ ਹੋ ਗਏ। ਕੈਨੇਡਾ ਦੇ ਵਿੱਚ ਆ ਕੇ ਬੰਦੇ ਦੇ ਗੱਡੀ ਅੱਗੇ ਕੁੱਦ ਗਏ। It's very very sad ਤੇ ਇਹੋ ਜਿਹੇ ਕੰਮ ਤੇ ਫਿਰ ਉੱਥੇ ਠੀਕ ਹੈ ਬੰਦਾ ਕਰੀ ਜਾਵੇ। ਤਾਂ ਇਸ ਕਰਕੇ ਇਹ ਠੀਕ ਆ, ਪਰ ਸਾਡਾ ਗੱਲ ਕਰਨਾ ਫਰਜ਼ ਬਣਦਾ ਵੀ ਅਸੀਂ ਅੱਗੋਂ ਥੋੜਾ ਬਹੁਤਾ ਦੇਖ ਲਈਏ ਵੀ ਇਹ ਸੁਸਾਈਡ ਆਖਰੀ ਹੋਵੇ, ਇਹ ਮੌਤ ਆਖਰੀ ਹੋਵੇ। ਬਿਲਕੁਲ ਤਦ ਕਰਕੇ ਗਵਰਨਮੈਂਟ ਕਹਿ ਰਹੀ ਹੈ ਅਸੀਂ 2-3 ਮਹੀਨਿਆਂ ਬਾਅਦ ਕੋਸ਼ਿਸ਼ ਆ, ਵੈਕਸੀਨੇਸ਼ਨ ਹੋ ਜਾਣਾ, ਸਭ ਕੁਝ ਖੁੱਲ ਜਾਣਾ, ਸਾਰੇ ਆਉਣਗੇ, ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣਾ। ਹੁਣ ਉੱਥੇ ਬੈਠ ਕੇ ਅਸੀਂ ਪੜ੍ਹ ਨਹੀਂ ਸਕਦੇ 2-3 ਮਹੀਨੇ। ਮੰਨਿਆ ਕਿ ਪੜ੍ਹਨਾ ਸਾਡਾ ਟਾਰਗੇਟ ਨਹੀਂ, ਅਸੀਂ ਤੇ ਕੈਨੇਡਾ ਆਉਣਾ ਚਾਹੁੰਦੇ, ਉਹ ਵੀ ਗੱਲ ਠੀਕ ਆ, ਪਰ ਘਿਓ ਦਾ ਘੜਾ ਤੇ ਰੁੜਦਾ ਹੀ ਨਹੀਂ ਜਾ ਰਿਹਾ। ਜੀ 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 ਜੀ। ਸੋ ਇਸ ਕਰਕੇ ਥੋੜੀ ਜਿਹੀ ਬੇਨਤੀ ਹੈ ਕਿ ਆਪਾਂ ਕੋਸ਼ਿਸ਼ ਕਰੀਏ ਉੱਥੇ ਭੈਣ ਭਰਾ ਸਮਝਣ। ਅਸੀਂ ਵੀ ਥੋੜਾ ਜਿਹਾ ਹੁਣ ਇਹ ਮਤਲਬ ਆਪਣਾ ਨਜ਼ਰੀਆ ਚੇਂਜ ਕਰਕੇ ਉੱਥੇ ਕਵਰੇਜ ਮੀਡੀਆ 'ਚ ਵੀ ਦੇ ਰਹੇ ਹਾਂ, ਪਰ ਹੁਣ ਮੀਡੀਆ ਦੀ ਗੱਲ ਅੱਛੀ ਜਿਹੜੀ ਆਪਾਂ ਕਰਦੇ ਹਾਂ ਉਹ ਹੁਣ ਉਹਨਾਂ ਦੇ ਕੰਮ ਹੀ ਆ ਸਕਦੀ। ਅਰਸ਼ ਜਿਹੜਾ ਕੰਨ ਭਰ ਕੇ ਸੁਣੇ, ਜਿਹੜਾ ਉਹਨੂੰ ਪੜ੍ਹ ਕੇ ਗੌਰ ਕਰੇ, ਹਨਾ, ਤੇ ਜੇ ਨੇ ਸਿਰਫ ਸੁਣਨੇ ਗਾਣੇ ਤੇ ਸੀਰੀਅਲ ਆ, ਉਹਨੂੰ ਪਤਾ ਵੀ ਮੇਰੀ ਅਕਲ ਬਹੁਤ ਵੱਡੀ ਆ, ਮੈਨੂੰ ਕਿਸੇ ਦੀ ਹੋਰ ਲੋੜ ਨਹੀਂ ਜੀ, ਤੇ ਫਿਰ ਉਹਦਾ ਤੇ ਹੁਣ ਕੋਈ ਕੁਛ ਨਹੀਂ ਨਾ ਕਰ ਸਕੂ ਜੀ। ਚਲੋ ਇਸ ਕਰਕੇ ਜਿੰਨੇ ਸਾਡੇ ਭੈਣ ਭਰਾ ਜੁੜੇ ਹੋਏ ਨੇ ਗੱਲਾਂ ਨੂੰ ਆਪਣਾ ਫੀਡਬੈਕ ਦੇ ਨਾਲ ਹਾਂਜੀ ਕੋਸ਼ਿਸ਼ ਕਰਦੇ ਆਪਣੀ ਇਨਪੁਟ ਪਾਉਣ ਦੀ। ਬਹੁਤ ਬਹੁਤ ਧੰਨਵਾਦ ਜੀ ਜੌਲ ਸਾਹਿਬ, ਥੈਂਕ ਯੂ ਸੋ ਮਚ। ਕੱਲ ਦੇ ਪ੍ਰੋਗਰਾਮ ਦੇ ਵਿੱਚ ਖੁੱਲਾ ਟਾਈਮ ਸਾਡੇ ਕੋਲ, ਆਪਾਂ ਹੋਰ ਗੱਲਬਾਤ ਕਰਾਂਗੇ ਇਸ ਦੇ ਬਾਰੇ। ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੌਲ ਸਾਹਿਬ। ਇਹ ਸਾਂਸੀ ਸਤਪਾਲ ਸਿੰਘ ਜੌਹਲ, ਤੁਸੀਂ ਸੁਣਦੇ ਤੇ ਦੇਖਦੇ ਜਾ ਰਹੇ ਹੋ ਪ੍ਰੋਗਰਾਮ ਤੁਹਾਡਾ ਆਪਣਾ ਮਨਪਸੰਦ ਏਸ਼ੀਅਨ ਵਿਜ਼ਨ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।